ਕਿਸੇ ਵੀ ਲੈਕਚਰ ਨੂੰ ਜਾਂ ਕਿਸੇ ਵੀ ਕਲਾਸ ਆਪਾਂ ਉਦੋਂ ਹੀ ਧਿਆਨ ਦਿੰਦੇ ਹਾਂ ਜਦੋਂ ਆਪਾਂ ਨੂੰ ਅ, ਉਸ ਲੈਕਚਰ ਦੀ ਇੰਪੋਰਟੈਂਸ ਦਾ ਪਤਾ ਹੋਵੇ। ਤਰੀਕੇ ਨਾਲ ਆਪਾਂ ਰਿਸਰਚ ਕੀਤੀ ਹੈ ਕਿਸੇ ਵੀ ਫੀਲਡ 'ਚ ਆਉਣ ਤੋਂ ਪਹਿਲਾਂ, ਫਿਰ ਹੀ ਆਪਣਾ ਪ੍ਰੋਪਰ ਉਹਦੇ 'ਤੇ ਫੇਥ ਬਣੇਗਾ। ਜਿਹੜੀ ਜਾਵਾ ਲੈਂਗੁਏਜ ਹੈ ਉਹਦੇ ਵਿੱਚ ਜਾਵਾ ਦੇ ਵਿੱਚ ਐਕਚੁਅਲੀ ਸੋਫਟਵੇਅਰ ਵੀ ਬਣਦੇ ਨੇ, ਠੀਕ ਹੈ, ਔਰ ਮੋਬਾਈਲ ਦੀ ਐਪਲੀਕੇਸ਼ਨ ਵੀ ਬਣਦੀਆਂ ਨੇ, ਰਾਈਟ। ਅਗਰ ਆਪਾਂ ਆਪਦੇ ਦੇਸ਼ ਨੂੰ ਜਾਂ ਆਪਣੀ ਸਟੇਟ ਨੂੰ ਇੱਕ ਵਧੀਆ ਲੈਵਲ 'ਚ ਦੇਖਣਾ ਚਾਹੁੰਦੇ ਹਾਂ ਵਰਲਡ ਵਾਈਡ ਦੇ ਪ੍ਰਸਪੈਕਟਿਵ ਨਾਲ, ਤੇ ਆਪਣੇ ਜਿਹੜੇ ਲੋਕ ਨੇ ਇੱਥੋਂ ਦੇ ਸਟੇਟ ਦੇ ਲੋਕ ਨੇ ਉਹਨਾਂ ਨੂੰ ਆਈਟੀ ਸੈਕਟਰ ਦੀ ਨੌਲੇਜ ਹੋਣੀ ਜ਼ਰੂਰੀ ਹੈ। ਅਗਰ ਆਪਾਂ ਇਸ ਦੇ ਨਾਲ ਨਾਲ ਕੋਈ ਆਈਟੀ ਸੈਕਟਰ ਦੀ ਨੌਲੇਜ ਲੈ ਕੇ ਜਾਵਾਂਗੇ ਫਿਰ ਆਪਣੇ ਕਾਫੀ ਸਾਰੇ ਰਾਹ ਖੁੱਲ ਜਾਂਦੇ ਨੇ। ਤੁਸੀਂ ਫੋਰਨ ਨਹੀਂ ਜਾਣਾ ਚਾਹੁੰਦੇ ਬਟ ਤੁਹਾਡੀ ਇਹ ਮਜਬੂਰੀ ਸੀ ਕਿ ਤੁਹਾਨੂੰ ਇੱਥੇ ਪੰਜਾਬ 'ਚ ਕੰਮ ਨਹੀਂ ਮਿਲ ਰਿਹਾ, ਸੋ ਇਹਦੇ ਕਰਕੇ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਤਾਂ ਕਿ ਉੱਥੇ ਜਾ ਕੇ ਤੁਸੀਂ ਕਮਾਈ ਕਰ ਸਕੋ। ਬਟ ਅਗਰ ਤੁਹਾਨੂੰ ਆਈਟੀ ਦੀ ਨੌਲੇਜ ਹੋਏਗੀ ਫਿਰ ਤੁਹਾਨੂੰ ਫਿਜ਼ੀਕਲੀ ਕਿਤੇ ਜਾਣ ਦੀ ਲੋੜ ਨਹੀਂ। ਤੁਸੀਂ ਘਰੇ ਬੈਠੇ ਹੀ ਕਿਸੇ ਵੀ ਕੰਟਰੀ ਦੇ ਵਿੱਚ ਦੀ ਕਿਸੇ ਵੀ ਕੰਟਰੀ ਦੀ ਕੋਈ ਵੀ ਕੰਪਨੀ ਦੇ ਵਿੱਚ ਆਰਾਮ ਨਾਲ ਜੌਬ ਕਰ ਸਕਦੇ ਹੋ। ਕਿਉਂਕਿ ਆਈਟੀ ਦਾ ਕੰਮ ਹੀ ਇਹ ਹੈ ਕਿ ਤੁਹਾਡੇ ਕੋਲੇ ਜਸਟ ਇੱਕ ਆਈਟੀ ਦੀ ਨੌਲੇਜ ਹੋਣੀ ਚਾਹੀਦੀ ਹੈ, ਡੀਪਲੀ ਨੌਲੇਜ ਹੋਣੀ ਚਾਹੀਦੀ ਹੈ। ਫਿਰ ਸੈਕੰਡ ਥਿੰਗ ਕਿ ਇੰਟਰਨੈਟ ਅੱਜ ਤਾਂ ਲਾਈਕ ਪੰਜਾਬ ਦੀ ਗੱਲ ਕਰੀਏ ਤਾਂ ਹਰ ਇੱਕ ਪਿੰਡ ਦੇ ਵਿੱਚ ਵਾਈਫਾਈ ਅਵੇਲੇਬਲ ਨੇ ਤੇ ਮੋਬਾਈਲ ਡਾਟਾ ਵੀ ਅਵੇਲੇਬਲ ਨੇ, ਰਾਈਟ। ਉਹੀ ਜੇ ਤੁਸੀਂ ਫੋਰਨ ਜਾ ਕੇ ਕੰਮ ਕਰਦੇ ਹੋ ਫਿਰ ਤੁਸੀਂ ਜਿਹੜਾ ਘਰ ਦਾ ਖਰਚਾ ਸਾਰਾ ਕੁਝ, ਰੂਮ ਰੈਂਟ ਵਗੈਰਾ, ਘਰ ਦਾ ਰਾਸ਼ਨ ਪਾਣੀ ਜੋ ਵੀ ਹੈ ਉਹ ਸਾਰਾ ਤੁਸੀਂ ਡਾਲਰ ਦੇ ਵਿੱਚ ਹੀ ਲੈਂਦੇ ਹੋ। ਬਟ ਐਜ਼ ਕੰਪੇਅਰ ਟੂ ਅਗਰ ਤੁਸੀਂ ਪੰਜਾਬ ਦੇ ਵਿੱਚ ਹੀ ਬਹਿ ਕੇ ਕਿਸੇ ਫੋਰਨਰ ਕੰਪਨੀ ਦੇ ਵਿੱਚ ਕੰਮ ਕਰ ਰਹੇ ਹੋ ਹੈ ਨਾ, ਉਹੀ ਸੇਮ ਰੈਗੂਲਰ ਸ਼ਿਫਟ ਲਗਾ ਰਹੇ ਹੋ, ਬਸ ਇਹ ਕਿ ਥੋੜ੍ਹਾ ਸਮੇਂ ਦਾ ਫਰਕ ਹੁੰਦਾ ਹੈ ਕਿ ਉੱਧਰ ਚਲੋ ਰਾਤ ਹੁੰਦੀ ਹੈ, ਇੱਧਰ ਤੁਹਾਨੂੰ ਰਾਤ ਨੂੰ ਜਾਗਣਾ ਪੈਂਦਾ ਹੈ। ਤੇ ਬਟ ਇਹ ਹੈ ਕਿ ਆਪਾਂ ਨੂੰ ਡਾਲਰਸ ਦੇ ਵਿੱਚ ਅਰਨਿੰਗ ਹੁੰਦੀ ਹੈ ਤੇ ਜਿਹੜੇ ਆਪਣੇ ਖਰਚੇ ਉਹ ਰੁਪੀਸ ਦੇ ਵਿੱਚ ਹੀ ਹੁੰਦੇ ਆ। ਅਗਰ ਤੁਸੀਂ ਪੰਜਾਬ 'ਚ ਨਹੀਂ ਰਹਿਣਾ ਚਾਹੁੰਦੇ, ਤੁਸੀਂ ਤੁਹਾਡਾ ਇਹ ਪੁਆਇੰਟ ਆਫ ਵਿਊ ਹੈ ਕਿ ਨਹੀਂ ਅਸੀਂ ਮਤਲਬ ਉੱਥੇ ਜ਼ਿਆਦਾ ਸਿਕਿਉਰਿਟੀ ਹੈ, ਉੱਥੇ ਗਵਰਨਮੈਂਟ ਅੱਛੀ ਹੈ ਨਾ, ਉੱਥੇ ਅਸੀਂ PR ਲਈ ਬਾਅਦ 'ਚੋਂ ਅਪਲਾਈ ਕਰਨਾ, ਮਤਲਬ ਆਉਣ ਵਾਲੇ ਬੱਚਿਆਂ ਦੇ ਫਿਊਚਰ ਲਈ ਅਸੀਂ ਉਹਨਾਂ ਨੂੰ ਫੋਰਨ ਦੀ ਸਟੱਡੀ ਦੇਣਾ ਚਾਹੁੰਦੇ ਹਾਂ, ਉੱਥੇ ਜਾ ਕੇ ਵੀ ਤੁਹਾਡੇ ਲਈ ਵਾਈਟ ਕਾਲਰ ਜੌਬ ਲੱਭਣਾ ਹੋਰ ਵੀ ਆਸਾਨ ਹੋ ਜਾਂਦਾ ਐਜ਼ ਕੰਪੇਅਰ ਟੂ ਅਗਰ ਤੁਹਾਨੂੰ ਆਈਟੀ ਦੀ ਨੌਲੇਜ ਨਹੀਂ ਹੈ ਤਾਂ ਫਿਰ ਤੁਹਾਨੂੰ ਇੱਕ ਵਾਰੀ ਜਾ ਕੇ ਉੱਥੇ ਲੇਬਰ ਵਰਕ ਕਰਨਾ ਪਵੇਗਾ। ਆਪਾਂ ਜਿਹੜਾ ਜਾਵਾ ਦਾ ਕੋਰਸ ਹੈ ਬਹੁਤ ਹੀ ਬੇਸਿਕ ਤੇ ਬਹੁਤ ਹੀ ਸਿੰਪਲ ਤਰੀਕੇ ਨਾਲ ਤੇ ਆਸਾਨੀ ਦੇ ਨਾਲ ਆਪਾਂ ਇੱਕ ਇੱਕ ਟੌਪਿਕ ਨੂੰ ਕਵਰ ਕਰਾਂਗੇ ਤਾਂ ਕਿ ਜਿਹੜਾ +2 ਦਾ ਸਟੂਡੈਂਟ ਹੈ ਉਹਨੂੰ ਵੀ ਉਹ ਚੀਜ਼ ਦੀ ਸਮਝ ਆ ਸਕੇ, ਔਰ ਜਿਹੜਾ ਕੋਈ ਗ੍ਰੈਜੂਏਸ਼ਨ ਦਾ ਜਿਹਨੇ ਕੋਈ ਲਾਈਕ ਮੇਰੇ ਤਰ੍ਹਾਂ BCA ਕਰ ਲਈ ਬਟ ਕਾਲਜ ਦਾ ਲੈਵਲ ਅੱਛਾ ਨਹੀਂ ਸੀਗਾ ਜਾਂ ਕਾਲਜ ਦੇ ਟਾਈਮ ਉਹਨੂੰ ਇੰਨੀ ਜ਼ਿਆਦਾ ਨੌਲੇਜ ਨਹੀਂ ਸੀ ਕਿ ਜਿਹੜੀ ਚੀਜ਼ ਮੈਂ ਪੜ੍ਹ ਰਿਹਾ ਉਹ ਮਾਰਕੀਟ ਦੇ ਵਿੱਚ ਕਿੱਥੇ ਕੰਮ ਆਏਗੀ, ਹੈ ਨਾ। ਤੁਸੀਂ ਇੱਕ ਕਲਾਇੰਟ ਨਾਲ ਕੰਮ ਕਰ ਸਕਦੇ ਹੋ, ਫ੍ਰੀਲਾਂਸਿੰਗ ਕਰ ਸਕਦੇ ਹੋ, ਜੌਬ 'ਚ ਆਫਿਸ ਵਰਕ ਕਰ ਸਕਦੇ ਹੋ, ਫੋਰਨ ਦੇ ਵਿੱਚ ਜੌਬ ਕਰ ਸਕਦੇ ਹੋ। ਸੋ ਤੁਹਾਡੇ ਲਈ ਪੈਸਾ ਕਮਾਉਣ ਦੇ ਬਹੁਤ ਸਾਰੇ ਰਾਹ ਖੁੱਲ੍ਹ ਜਾਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੱਲ ਕਰਾਂਗੇ ਆਪਣੀ ਕੋਰ ਜਾਵਾ ਦੇ 4th ਲੈਕਚਰ ਬਾਰੇ, ਜਿਸ ਵਿੱਚ ਆਪਾਂ ਕਵਰ ਕਰਾਂਗੇ ਡੇਟਾ ਟਾਈਪਸ ਤੇ ਕੀਵਰਡਸ, ਠੀਕ ਹੈ ਜੀ। ਬਟ ਲੈਕਚਰ ਨੂੰ ਕੰਟੀਨਿਊ ਕਰਨ ਤੋਂ ਪਹਿਲਾਂ ਦੋ ਚਾਰ ਗੱਲਾਂ ਹੈਗੀਆਂ ਨੇ ਜਿਹੜੀਆਂ ਧਿਆਨ 'ਚ ਰੱਖਣੀਆਂ ਜ਼ਿਆਦਾ ਜ਼ਰੂਰੀ ਨੇ, ਠੀਕ ਹੈ ਜੀ। ਕਿਉਂਕਿ ਕੀ ਹੁੰਦਾ ਹੈ ਕਿ ਕਿਸੇ ਵੀ ਲੈਕਚਰ ਨੂੰ ਜਾਂ ਕਿਸੇ ਵੀ ਕਲਾਸ ਆਪਾਂ ਉਦੋਂ ਹੀ ਧਿਆਨ ਦਿੰਦੇ ਹਾਂ ਜਦੋਂ ਆਪਾਂ ਨੂੰ ਉਸ ਲੈਕਚਰ ਦੀ ਇੰਪੋਰਟੈਂਸ ਦਾ ਪਤਾ ਹੋਵੇ, ਜਿਹੜੀ ਚੀਜ਼ ਆਪਾਂ ਸਿੱਖਣ ਜਾ ਰਹੇ ਹਾਂ ਉਹਦੀ ਇੰਪੋਰਟੈਂਸ ਦਾ ਪਤਾ ਹੋਵੇ, ਠੀਕ ਹੈ। ਅਗਰ ਉਹ ਵਾਲੀ ਗਾਈਡੈਂਸ ਆਪਣੇ ਕੋਲ ਵਧੀਆ ਹੈ ਕਿ ਆਪਾਂ ਅੱਛੇ ਤਰੀਕੇ ਨਾਲ ਆਪਾਂ ਰਿਸਰਚ ਕੀਤੀ ਹੈ ਕਿਸੇ ਵੀ ਫੀਲਡ 'ਚ ਆਉਣ ਤੋਂ ਪਹਿਲਾਂ, ਫਿਰ ਹੀ ਆਪਣਾ ਪ੍ਰੋਪਰ ਉਹਦੇ 'ਤੇ ਫੇਥ ਬਣੇਗਾ। ਜਿਹੜੀ ਜਾਵਾ ਲੈਂਗੁਏਜ ਹੈ ਜਾਵਾ ਦੇ ਵਿੱਚ ਐਕਚੁਅਲੀ ਸੋਫਟਵੇਅਰ ਵੀ ਬਣਦੇ ਨੇ, ਠੀਕ ਹੈ, ਔਰ ਮੋਬਾਈਲ ਦੀ ਐਪਲੀਕੇਸ਼ਨ ਵੀ ਬਣਦੀਆਂ ਨੇ, ਰਾਈਟ। ਕਿਉਂਕਿ ਹੁਣ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਇੱਕ ਬੰਦੇ ਨੇ ਬੜੀ ਵਧੀਆ ਗੱਲ ਕਹੀ ਹੈ ਕਿ ਅੱਜ ਆਈਟੀ ਦਾ ਜ਼ਮਾਨਾ ਹੈ। ਅਗਰ ਆਪਾਂ ਆਪਦੇ ਦੇਸ਼ ਨੂੰ ਜਾਂ ਆਪਣੀ ਸਟੇਟ ਨੂੰ ਇੱਕ ਵਧੀਆ ਲੈਵਲ 'ਚ ਦੇਖਣਾ ਚਾਹੁੰਦੇ ਹਾਂ ਵਰਲਡ ਵਾਈਡ ਦੇ ਪ੍ਰਸਪੈਕਟਿਵ ਨਾਲ, ਤੇ ਆਪਣੇ ਜਿਹੜੇ ਲੋਕ ਨੇ ਇੱਥੋਂ ਦੇ ਸਟੇਟ ਦੇ ਲੋਕ ਨੇ ਉਹਨਾਂ ਨੂੰ ਆਈਟੀ ਸੈਕਟਰ ਦੀ ਨੌਲੇਜ ਹੋਣੀ ਜ਼ਰੂਰੀ ਹੈ। ਕਿਉਂਕਿ ਜਿਸ ਸੈਕਟਰ ਦਾ ਅੱਜ ਡਿਮਾਂਡ ਹੈ, ਅਗਰ ਉਸ ਸੈਕਟਰ ਦੀ ਆਪਾਂ ਨੂੰ ਨੌਲੇਜ ਹੀ ਨਹੀਂ ਹੋਊਗੀ ਤਾਂ ਕਿਤੇ ਨਾ ਕਿਤੇ ਪਿਛੜ ਜਾਵਾਂਗੇ, ਠੀਕ ਹੈ। ਅੱਜ ਕੀ ਹੈ, ਅੱਜ ਪੰਜਾਬ 'ਚ ਇੱਕ ਕਰੇਜ਼ ਹੈ ਫੋਰਨ ਜਾਣ ਦਾ, ਹੈ ਨਾ। ਆਪਾਂ ਇੰਗਲਿਸ਼ ਲੈਂਗੁਏਜ ਸਿੱਖਦੇ ਹਾਂ, ਫਿਰ ਆਪਾਂ ਆਇਲਸ ਕਲੀਅਰ ਕਰਦੇ ਹਾਂ, ਹੈ ਨਾ। ਆਇਲਸ ਕਲੀਅਰ ਕਰਕੇ ਫਿਰ ਆਪਾਂ ਫੋਰਨ ਜਾਂਦੇ ਹਾਂ, ਉੱਥੇ ਜਾ ਕੇ ਆਪਾਂ ਕੋਈ ਲੇਬਰ ਵਰਕ ਜਾਂ ਕੋਈ ਬਿਜ਼ਨਸ ਸ਼ੁਰੂ ਕਰਦੇ ਹਾਂ, ਰਾਈਟ। ਸੋ
ਅਗਰ ਆਪਾਂ ਇਸ ਦੇ ਨਾਲ-ਨਾਲ ਕੋਈ ਆਈਟੀ ਸੈਕਟਰ ਦੀ ਨੌਲੇਜ ਲੈ ਕੇ ਜਾਵਾਂਗੇ, ਫਿਰ ਆਪਣੇ ਕਾफ़ੀ ਸਾਰੇ ਰਾਹ ਖੁੱਲ ਜਾਂਦੇ ਨੇ, ਠੀਕ ਹੈ। ਫੋਰ ਐਗਜ਼ਾਮਪਲ ਮੰਨ ਲਓ ਤੁਸੀਂ ਫੋਰਨ ਨਹੀਂ ਜਾਣਾ ਚਾਹੁੰਦੇ, ਬਟ ਤੁਹਾਡੀ ਇਹ ਮਜਬੂਰੀ ਸੀ ਕਿ ਤੁਹਾਨੂੰ ਇੱਥੇ ਪੰਜਾਬ 'ਚ ਕੰਮ ਨਹੀਂ ਮਿਲ ਰਿਹਾ। ਸੋ ਇਹਦੇ ਕਰਕੇ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਤਾਂ ਕਿ ਉੱਥੇ ਜਾ ਕੇ ਤੁਸੀਂ ਕਮਾਈ ਕਰ ਸਕੋ। ਬਟ ਅਗਰ ਤੁਹਾਨੂੰ ਆਈਟੀ ਦੀ ਨੌਲੇਜ ਹੋਏਗੀ, ਫਿਰ ਤੁਹਾਨੂੰ ਫਿਜ਼ੀਕਲੀ ਕਿਤੇ ਜਾਣ ਦੀ ਲੋੜ ਨਹੀਂ। ਤੁਸੀਂ ਘਰੇ ਬੈਠੇ ਹੀ ਕਿਸੇ ਵੀ ਕੰਟਰੀ ਦੇ ਵਿੱਚ ਦੀ ਕਿਸੇ ਵੀ ਕੰਟਰੀ ਦੀ ਕੋਈ ਵੀ ਕੰਪਨੀ ਦੇ ਵਿੱਚ ਆਰਾਮ ਨਾਲ ਜੌਬ ਕਰ ਸਕਦੇ ਹੋ, ਰਾਈਟ? ਕਿਉਂਕਿ ਆਈਟੀ ਦਾ ਕੰਮ ਹੀ ਇਹ ਹੈ ਕਿ ਤੁਹਾਡੇ ਕੋਲੇ ਜਸਟ ਇੱਕ ਆਈਟੀ ਦੀ ਨੌਲੇਜ ਹੋਣੀ ਚਾਹੀਦੀ ਹੈ, ਡੀਪਲੀ ਨੌਲੇਜ ਹੋਣੀ ਚਾਹੀਦੀ ਹੈ। ਫਿਰ ਸੈਕੰਡ ਥਿੰਗ ਕਿ ਇੰਟਰਨੈਟ, ਅੱਜ ਤਾਂ ਲਾਈਕ ਪੰਜਾਬ ਦੀ ਗੱਲ ਕਰੀਏ ਤਾਂ ਹਰ ਇੱਕ ਪਿੰਡ ਦੇ ਵਿੱਚ ਵਾਈਫਾਈ ਅਵੇਲੇਬਲ ਨੇ ਤੇ ਮੋਬਾਈਲ ਡਾਟਾ ਵੀ ਅਵੇਲੇਬਲ ਨੇ, ਰਾਈਟ? ਉਹੀ ਜੇ ਤੁਸੀਂ ਫੋਰਨ ਜਾ ਕੇ ਕੰਮ ਕਰਦੇ ਹੋ, ਫਿਰ ਤੁਸੀਂ ਜਿਹੜਾ ਘਰ ਦਾ ਖਰਚਾ ਸਾਰਾ ਕੁਛ ਰੂਮ ਰੈਂਟ ਵਗੈਰਾ, ਘਰ ਦਾ ਰਾਸ਼ਨ ਪਾਣੀ ਜੋ ਵੀ ਹੈ, ਉਹ ਸਾਰਾ ਤੁਸੀਂ ਡਾਲਰ ਦੇ ਵਿੱਚ ਹੀ ਲੈਂਦੇ ਹੋ। ਬਟ ਐਜ਼ ਕੰਪੇਅਰ ਟੂ ਅਗਰ ਤੁਸੀਂ ਪੰਜਾਬ ਦੇ ਵਿੱਚ ਹੀ ਬਹਿ ਕੇ ਕਿਸੇ ਫੋਰਨਰ ਕੰਪਨੀ ਦੇ ਵਿੱਚ ਕੰਮ ਕਰ ਰਹੇ ਹੋ, ਹੈ ਨਾ, ਉਹੀ ਸੇਮ ਰੈਗੂਲਰ ਸ਼ਿਫਟ ਲਗਾ ਰਹੇ ਹੋ। ਬਸ ਇਹ ਹੈ ਕਿ ਥੋੜ੍ਹਾ ਸਮੇਂ ਦਾ ਫ਼ਰਕ ਹੁੰਦਾ ਹੈ ਕਿ ਉੱਧਰ ਚਲੋ ਰਾਤ ਹੁੰਦੀ ਹੈ, ਇੱਧਰ ਤੁਹਾਨੂੰ ਰਾਤ ਨੂੰ ਜਾਗਣਾ ਪੈਂਦਾ ਹੈ। ਤੇ ਬਟ ਇਹ ਹੈ ਕਿ ਆਪਾਂ ਨੂੰ ਡਾਲਰਸ ਦੇ ਵਿੱਚ ਅਰਨਿੰਗ ਹੁੰਦੀ ਹੈ ਤੇ ਜਿਹੜੇ ਆਪਣੇ ਖਰਚੇ ਉਹ ਰੁਪੀਸ ਦੇ ਵਿੱਚ ਹੀ ਹੁੰਦੇ ਆ। ਕਾਫ਼ੀ ਸਾਰਾ ਤੁਹਾਨੂੰ ਬੈਨੀਫਿਟ ਪੰਜਾਬ 'ਚ ਬੈਠ ਕੇ ਮਿਲ ਜਾਂਦਾ ਹੈ। ਅਗਰ ਤੁਸੀਂ ਪੰਜਾਬ 'ਚ ਨਹੀਂ ਰਹਿਣਾ ਚਾਹੁੰਦੇ, ਤੁਸੀਂ ਇਹ ਤੁਹਾਡਾ ਇਹ ਪੁਆਇੰਟ ਆਫ ਵਿਊ ਹੈ ਕਿ ਨਹੀਂ ਅਸੀਂ ਮਤਲਬ ਉੱਥੇ ਜ਼ਿਆਦਾ ਸਿਕਿਉਰਿਟੀ ਹੈ, ਉੱਥੇ ਗਵਰਨਮੈਂਟ ਅੱਛੀ ਹੈ, ਹੈ ਨਾ, ਉੱਥੇ ਅਸੀਂ ਪੀਆਰ ਲਈ ਬਾਅਦ 'ਚੋਂ ਅਪਲਾਈ ਕਰਨਾ, ਮਤਲਬ ਆਉਣ ਵਾਲੇ ਬੱਚਿਆਂ ਦੇ ਫਿਊਚਰ ਲਈ ਅਸੀਂ ਉਹਨਾਂ ਨੂੰ ਫੋਰਨ ਦੀ ਸਟੱਡੀ ਦੇਣਾ ਚਾਹੁੰਦੇ ਹਾਂ। ਫਿਰ ਤੁਹਾਡੇ ਹੱਥ 'ਚ ਉਹ ਵੀ ਹੈ ਕਿ ਤੁਸੀਂ ਆਈਲੈਟਸ ਕੀਤਾ ਆਫਟਰ +2 ਕੀਤਾ, ਆਈਟੀ ਦੀ ਲਾਈਕ ਨੌਲੇਜ ਲਈ ਹੈ। ਉਹੀ ਨੌਲੇਜ ਤੁਸੀਂ ਫੋਰਨ ਜਾ ਕੇ ਲੈ ਰਹੇ ਹੋ, ਉੱਥੇ ਨਾਲ-ਨਾਲ ਤੁਸੀਂ ਆਪਣਾ ਫੋਰਨ ਦੇ ਵਿੱਚ ਸਟੱਡੀ ਵੀ ਕਰ ਰਹੇ ਹੋ, ਨਾਲ-ਨਾਲ ਤੁਸੀਂ ਆਈਟੀ ਸੈਕਟਰ ਨੂੰ ਵੀ ਮਜ਼ਬੂਤ ਕਰ ਰਹੇ ਹੋ, ਆਪਦੀ ਸਕਿੱਲ ਨੂੰ ਹੋਰ ਜ਼ਿਆਦਾ ਡਿਵੈਲਪ ਕਰ ਰਹੇ ਹੋ ਤੇ ਨਾਲ ਦੀ ਨਾਲ ਤੁਸੀਂ ਉੱਥੇ ਜਾ ਕੇ ਅਰਨਿੰਗ ਵੀ ਕਰ ਰਹੇ ਹੋ। ਉੱਥੇ ਜਾ ਕੇ ਵੀ ਤੁਹਾਡੇ ਲਈ ਵਾਈਟ ਕਾਲਰ ਜੌਬ ਲੱਭਣਾ ਹੋਰ ਵੀ ਆਸਾਨ ਹੋ ਜਾਂਦਾ। ਐਜ਼ ਕੰਪੇਅਰ ਟੂ ਅਗਰ ਤੁਹਾਨੂੰ ਆਈਟੀ ਦੀ ਨੌਲੇਜ ਨਹੀਂ ਹੈ ਤਾਂ ਫਿਰ ਤੁਹਾਨੂੰ ਇੱਕ ਵਾਰੀ ਜਾ ਕੇ ਉੱਥੇ ਲੇਬਰ ਵਰਕ ਕਰਨਾ ਪਵੇਗਾ, ਠੀਕ ਹੈ? ਉਸ ਤੋਂ ਜ਼ਿਆਦਾ ਵਧੀਆ ਹੈ ਕਿ ਆਪਾਂ ਆਈਟੀ ਸੈਕਟਰ ਦੀ ਨੌਲੇਜ ਲੈ ਕੇ ਜਾਈਏ, ਉਹਨੂੰ ਵਧੀਆ ਤਰੀਕੇ ਨਾਲ ਸਮਝੀਏ ਤੇ ਤਾਂ ਕਿ ਅੱਗੇ ਜਾ ਕੇ ਆਪਾਂ ਫੋਰਨ ਦੇ ਵਿੱਚ ਵੀ ਅਗਰ ਜਾ ਰਹੇ ਹਾਂ ਤਾਂ ਉੱਥੇ ਜਾ ਕੇ ਵੀ ਆਪਾਂ ਇੱਕ ਵਾਈਟ ਕਾਲਰ ਜੌਬ ਦੇ ਵਿੱਚ ਕੰਮ ਕਰ ਸਕੀਏ, ਰਾਈਟ? ਸੋ ਆਪਾਂ ਜਿਹੜਾ ਜਾਵਾ ਦਾ ਕੋਰਸ ਹੈ, ਬਹੁਤ ਹੀ ਬੇਸਿਕ ਤੇ ਬਹੁਤ ਹੀ ਸਿੰਪਲ ਤਰੀਕੇ ਨਾਲ ਤੇ ਆਸਾਨੀ ਦੇ ਨਾਲ ਆਪਾਂ ਇੱਕ-ਇੱਕ ਟੌਪਿਕ ਨੂੰ ਕਵਰ ਕਰਾਂਗੇ ਤਾਂ ਕਿ ਜਿਹੜਾ +2 ਦਾ ਸਟੂਡੈਂਟ ਹੈ, ਉਹਨੂੰ ਵੀ ਉਹ ਚੀਜ਼ ਦੀ ਸਮਝ ਆ ਸਕੇ ਔਰ ਜਿਹੜਾ ਕੋਈ ਗ੍ਰੈਜੂਏਸ਼ਨ ਦਾ ਹੈ, ਜਿਹਨੇ ਕੋਈ ਲਾਈਕ ਮੇਰੇ ਤਰ੍ਹਾਂ BCA ਕਰ ਲਈ ਬਟ ਕਾਲਜ ਦਾ ਲੈਵਲ ਅੱਛਾ ਨਹੀਂ ਸੀਗਾ ਜਾਂ ਕਾਲਜ ਦੇ ਟਾਈਮ ਉਹਨੂੰ ਇੰਨੀ ਜ਼ਿਆਦਾ ਨੌਲੇਜ ਨਹੀਂ ਸੀ ਕਿ ਜਿਹੜੀ ਚੀਜ਼ ਮੈਂ ਪੜ੍ਹ ਰਿਹਾ ਉਹ ਮਾਰਕੀਟ ਦੇ ਵਿੱਚ ਕਿੱਥੇ ਕੰਮ ਆਏਗੀ, ਹੈ ਨਾ? ਸੋ ਉਹਨੇ ਆਪਣਾ BCA ਕੰਪਲੀਟ ਕੀਤੀ, ਕੰਪਿਊਟਰ ਦੀ ਲਾਈਕ ਜਾਵਾ, C++ ਕਰ ਲਈ, ਬਟ ਉਹਨੂੰ ਪ੍ਰੋਪਰ ਤਰੀਕੇ ਨਾਲ ਨਹੀਂ ਕੀਤਾ, ਉਹਨੂੰ ਜਸਟ ਇੱਕ ਨੰਬਰ ਲੈਣ ਦੇ ਪੁਆਇੰਟ ਆਫ ਵਿਊ ਨਾਲ ਹੀ ਉਹਨੂੰ ਕੰਪਲੀਟ ਕੀਤਾ, ਹੈ ਨਾ? ਉਹ ਸਟੂਡੈਂਟ ਵੀ ਹੁਣ ਜਿਵੇਂ-ਜਿਵੇਂ ਆਪਣਾ ਕੋਰਸ ਨਾਲ ਕੰਟੀਨਿਊ ਕਰਨਗੇ ਤਾਂ ਉਹਨਾਂ ਨੂੰ ਨਾਲ-ਨਾਲ ਇਸ ਚੀਜ਼ ਦੀ ਨੌਲੇਜ ਆਈ ਜਾਏਗੀ। ਫਿਰ ਉਹ ਆਪਣਾ ਜਿਹੜਾ ਕਾਲਜ ਟਾਈਮ ਦੇ ਵਿੱਚ ਜਿਹੜਾ ਆਪਾਂ ਯਾਦ ਕੀਤਾ ਸੀਗਾ, ਉਹ ਆਪਣਾ ਰਿਵਾਈਜ਼ ਹੁੰਦਾ ਜਾਏਗਾ। ਸੋ ਉਹਦੇ ਨਾਲ ਹੀ ਹੋਰ ਵੀ ਆਸਾਨ ਹੋ ਜਾਏਗਾ, ਠੀਕ ਹੈ? ਫਿਰ ਆਪਾਂ ਗੱਲ ਕਰੀਏ ਇਨਕਮ ਸੋਰਸ ਲਈ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਕਿ ਫੋਰਨ ਦੇ ਵਿੱਚ ਦੀ ਕਿਸੇ ਵੀ ਕੰਪਨੀ 'ਚ ਤੁਸੀਂ ਆਈਟੀ ਸੈਕਟਰ 'ਚ ਅਗਰ ਸਕਿੱਲ ਤੁਹਾਡੀ ਵਧੀਆ ਹੈ, ਲਾਈਕ ਤੁਸੀਂ ਜਾਵਾ 'ਚੋਂ ਜਾਂ ਜਿੱਦਾਂ ਮੈਂ ਫਲਟਰ ਡਿਵੈਲਪਰ ਹਾਂ, ਹੈ ਨਾ? ਫਲਟਰ ਦੇ ਵਿੱਚ ਤੁਹਾਡੀ ਅੱਛੀ ਨੌਲੇਜ ਹੈ ਤਾਂ ਤੁਸੀਂ ਆਪਣਾ ਸਿੰਪਲੀ ਗੂਗਲ ਦੀ ਸਾਈਟ 'ਤੇ ਜਾਓਗੇ, ਆਪਣਾ ਸਰਚ ਕਰੋਗੇ, ਉਹਨਾਂ ਨੂੰ ਆਪਣਾ ਰੈਜ਼ੂਮੇ ਵਗੈਰਾ ਮੇਲ ਕਰੋਗੇ ਤਾਂ ਤੁਹਾਡਾ ਔਨਲਾਈਨ ਇੰਟਰਵਿਊ ਹੋ ਜਾਏਗਾ ਫੇਸ ਟੂ ਫੇਸ ਬਾਈ ਫੇਸ ਔਰ ਕੋਈ ਨਾ ਕੋਈ ਟੈਕਨੀਕਲ ਉਹਨਾਂ ਦਾ ਟਾਸਕ ਹੋਊਗਾ, ਉਹ ਤੁਸੀਂ ਕਲੀਅਰ ਕਰ ਦਿਓ ਤਾਂ ਤੁਹਾਨੂੰ ਔਨਲਾਈਨ ਹੀ ਉਹ ਆਪਣਾ ਆਫਰ ਲੈਟਰ ਦੇ ਦੇਣਗੇ। ਉਹਨਾਂ ਨੂੰ ਵੀ ਇਹ ਫਾਇਦਾ ਹੈ ਕਿਉਂਕਿ ਅਗਰ ਉਹ ਉੱਥੋਂ ਦਾ ਮੰਨ ਲਓ USA ਦੇ ਵਿੱਚ ਹੀ ਉੱਥੋਂ ਦਾ ਇੱਕ ਡਿਵੈਲਪਰ ਹਾਇਰ ਕਰਦੇ ਨੇ ਤਾਂ ਉਹਨਾਂ ਨੂੰ ਉਹਦੀ ਕੋਸਟ ਐਕਸਟਰਾ ਪੈਂਦੀ ਹੈ ਐਜ਼ ਕੰਪੇਅਰ ਟੂ ਕਿ ਅਗਰ ਉਹ ਕਿਸੇ ਹੋਰ ਦੇਸ਼ ਦਾ ਲਾਈਕ ਇੰਡੀਆ ਦਾ, ਪੰਜਾਬ ਦਾ ਕੋਈ ਡਿਵੈਲਪਰ ਹਾਇਰ ਕਰਦੇ ਨੇ, ਉਹਨਾਂ ਦੀ ਕਾਫੀ ਸਾਰਾ ਜਿਹੜਾ ਕੋਸਟ ਹੈ ਉਹ ਘਟ ਜਾਂਦੀ ਹੈ। ਉਹ ਵੀ ਮੇਨ ਪ੍ਰੈਫਰ ਕਰਦੇ ਨੇ ਕਿ ਅਸੀਂ ਬਾਹਰ ਦਾ ਡਿਵੈਲਪਰ ਹੀ ਹਾਇਰ ਕਰੀਏ ਤਾਂ ਕਿ ਸਾਡੀ ਜਿਹੜੀ ਇੱਥੇ ਦੇਸ਼ ਦੇ ਵਿੱਚ ਲਾਈਕ USA ਦੇ ਵਿੱਚ ਜਿਹੜੀ ਕੋਸਟ ਹੈ ਸਾਡੀ ਉਹ ਘਟ ਸਕੇ, ਰਾਈਟ? ਸੋ ਇੱਕ ਹੋ ਗਿਆ ਇਹ ਚੀਜ਼। ਇੱਕ ਹੁੰਦੀ ਹੈ ਫ੍ਰੀਲਾਂਸਿੰਗ। ਫ੍ਰੀਲਾਂਸਿੰਗ ਦਾ ਮਤਲਬ ਹੁੰਦਾ ਹੈ ਕਿ ਜਿੱਦਾਂ ਆਪਾਂ ਨੂੰ ਕੋਈ ਸਕਿੱਲ ਆਉਂਦੀ ਹੈ, ਜਿੱਦਾਂ ਫੋਰ ਐਗਜ਼ਾਮਪਲ ਮੈਨੂੰ ਐਪ ਡਿਵੈਲਪਮੈਂਟ ਦੇ ਵਿੱਚ ਆ ਮੈਂ, ਹੈ ਨਾ? ਸੋ ਮੈਨੂੰ ਐਪ ਬਣਾਉਣੀ ਆਉਂਦੀ ਹੈ, ਮੈਂ ਆਪਣੀ ਕੋਈ ਵੀ ਆਪਣੇ PC ਤੇ ਬੈਠ ਕੇ ਐਪ ਬਣਾਵਾਂਗਾ, ਵਧੀਆ ਕੋਈ ਮੇਰਾ ਲਾਈਕ ਕੰਸੈਪਟ ਅੱਛਾ ਹੈ,
ਕੋਈ ਮੇਰਾ ਆਈਡੀਆ ਅੱਛਾ ਹੈ, ਮੈਂ ਉਹਨੂੰ ਇੰਪਲੀਮੈਂਟ ਕਰੂੰਗਾ, ਉਹਨੂੰ ਆਪਣਾ ਪਲੇ ਸਟੋਰ 'ਤੇ ਪਾਊਂਗਾ। ਪਲੇ ਸਟੋਰ ਦੇ ਵਿੱਚ ਜਿੱਦਾਂ ਇਨ ਐਪ ਪਰਚੇਜ਼ ਦੀ ਆਪਾਂ ਨੂੰ ਫੈਸਿਲਿਟੀ ਮਿਲ ਜਾਂਦੀ ਹੈ। ਇਨ ਐਪ ਪਰਚੇਜ਼ ਬਾਰੇ ਆਪਾਂ ਅੱਗੇ ਕੰਟੀਨਿਊ ਗੱਲ ਕਰਾਂਗੇ ਕਿ ਕੀ ਹੁੰਦਾ ਵਾ, ਉਹ ਜਦੋਂ ਆਪਾਂ ਕੋਰਸ ਦੇ ਵਿੱਚ ਉਹ ਚੀਜ਼ ਨੂੰ ਡਿਟੇਲ 'ਚ ਕਵਰ ਕਰਾਂਗੇ, ਲਾਈਕ ਹੈ ਨਾ। ਔਰ ਐਡਸ ਜਿੱਦਾਂ ਆਪਾਂ YouTube 'ਤੇ ਦੇਖਦੇ ਹਾਂ ਕਿ ਆਪਾਂ YouTube 'ਤੇ ਆਪਣਾ ਚੈਨਲ ਬਣਾਉਂਦੇ ਹਾਂ, ਆਪਾਂ ਉਹਦੇ 'ਤੇ ਵੀਡੀਓ ਅਪਲੋਡ ਕਰਦੇ ਹਾਂ ਆਪਣੇ ਚੈਨਲ 'ਤੇ, ਉਹਦੇ ਵਿੱਚ ਜਿਹੜੀ ਐਡ ਆਉਂਦੀ ਹੈ ਉਹਦੇ ਤੋਂ ਆਪਾਂ ਨੂੰ ਪੈਸਾ ਉਹ ਆਪਣੇ ਅਕਾਊਂਟ ਦੇ ਵਿੱਚ ਆਉਂਦਾ ਹੈ। ਇੱਦਾਂ ਹੀ ਸੇਮ ਐਪ ਡਿਵੈਲਪਮੈਂਟ ਦਾ ਵੀ ਸੀਨ ਹੈ ਕਿ ਆਪਾਂ ਕੋਈ ਪਰਸਨਲ ਆਪਣੀ ਐਪ ਬਣਾਈ ਤੇ ਉਹਦੇ ਵਿੱਚ ਆਪਾਂ ਐਡਸ ਲਾਤੀ, ਐਡਸੈਂਸ ਲੱਗ ਜਾਂਦਾ, ਵੀ ਆਪਾਂ ਜਿੱਦਾਂ ਕੋਰਸ ਕਵਰ ਕਰਾਂਗੇ ਉਹਦੇ 'ਚ ਤੁਹਾਨੂੰ ਸਿਖਾਵਾਂਗੇ ਕਿ ਐਡ ਕਿੱਦਾਂ ਲੱਗਦੀ। ਉਹ ਜਦੋਂ ਆਪਾਂ ਅੱਗੇ ਫਲਟਰ ਦਾ ਸੀਰੀਜ਼ ਸ਼ੁਰੂ ਕਰਾਂਗੇ, ਰਾਈਟ। ਸੋ ਐਪ ਦੇ ਵਿੱਚ ਲੱਗ ਗਈ ਐਡ ਲੱਗ ਗਈ, ਤੁਸੀਂ ਆਪਣੀ ਐਪ ਬਣਾਈ, ਤੁਸੀਂ ਐਜ਼ ਅ ਡਿਵੈਲਪਰ ਗੂਗਲ 'ਤੇ ਆਪਣਾ ਅਕਾਊਂਟ ਓਪਨ ਕੀਤਾ, ਗੂਗਲ ਪਲੇ ਕੰਸੋਲ 'ਤੇ, ਉਹਦੇ $25 ਲਾਈਫ ਟਾਈਮ ਦੀ ਤੁਹਾਨੂੰ ਅਸ਼ੋਰਟੀ ਹੈ, ਜਿੰਨੀਆਂ ਮਰਜ਼ੀ ਆਪਣੀਆਂ ਐਪ ਪਲੇ ਸਟੋਰ ਦੇ ਉੱਪਰ ਅਪਲੋਡ ਕਰੋ, ਰਾਈਟ। ਫਿਰ ਉਹਦੇ ਵਿੱਚ ਜਿਹੜੀ ਐਡਸੈਂਸ ਲੱਗੇ ਉਹਦੇ ਥਰੂ ਪੈਸਾ ਆਊਗਾ। ਅਗਰ ਉਹਦੇ 'ਚ ਇਨ ਐਪ ਪਰਚੇਜ਼ ਲੱਗੀ ਹੈ, ਜਿੱਦਾਂ ਆਪਾਂ ਐਮਾਜ਼ੋਨ ਪ੍ਰਾਈਮ ਦੀ, ਨੈਟਫਲਿਕਸ ਦੀ ਆਪਾਂ ਮੈਂਬਰਸ਼ਿਪ ਲੈਂਦੇ ਹਾਂ, ਉਹਦੇ 'ਚ ਮੰਨ ਲਓ ਤੁਸੀਂ ਕੋਈ ਨੈਟਫਲਿਕਸ ਤਰ੍ਹਾਂ ਦੀ ਐਪ ਬਣਾਈ ਹੈ, ਉਹਦੇ 'ਚ ਕੋਈ ਕਲਾਇੰਟ, ਕੋਈ ਯੂਜ਼ਰ ਤੁਹਾਡੀ ਐਪ ਯੂਜ਼ ਕਰਦਾ ਹੈ, ਅਤੇ ਉਹ ਜਦੋਂ ਆਪਣੀ ਕੋਈ ਵੀ ਪਰਚੇਜ਼ਿੰਗ ਕਰੇਗਾ, ਕੋਈ ਵੀ ਮੈਂਬਰਸ਼ਿਪ ਲਏਗਾ, ਉਹ ਸਿੱਧਾ ਡਾਇਰੈਕਟਲੀ ਤੁਹਾਡੇ ਅਕਾਊਂਟ 'ਚ ਪੈਸਾ ਆਏਗਾ, ਠੀਕ ਹੈ। ਇਹ ਹੋ ਗਈ ਫ੍ਰੀਲਾਂਸਿੰਗ ਦੀ। ਫਸਟ ਹੋ ਗਈ ਫੋਰਨ ਦੇ ਵਿੱਚ ਜੋਬ ਪੋਲਿਸੀ, ਸੈਕਿੰਡ ਹੋ ਗਈ ਆਪਣਾ ਫ੍ਰੀਲਾਂਸਿੰਗ, ਥਰਡ ਹੋ ਗਈ ਆਪਾਂ ਇੰਡੀਆ ਦੇ ਵਿੱਚ ਵੀ ਜਿੱਦਾਂ ਹੈ ਨਾ ਆਪਣੇ ਗੁੜਗਾਉਂ ਹੋ ਗਿਆ, ਆਪਣਾ ਚੰਡੀਗੜ੍ਹ ਹੋ ਗਿਆ, ਮੋਹਾਲੀ ਹੋ ਗਿਆ। ਹੁਣ ਤਾਂ ਜਦੋਂ ਦਾ ਕੋਵਿਡ ਗਿਆ ਉਦੋਂ ਬਾਅਦ ਤਾਂ ਆਪਾਂ ਨੂੰ ਹੁਣ ਰਿਮੋਟਲੀ ਵਰਕ ਵੀ ਮਿਲਣ ਲੱਗ ਪਏ, ਮਤਲਬ ਪੰਜਾਬ 'ਚ ਕਿਸੇ ਵੀ ਪਿੰਡ ਦੇ ਵਿੱਚ, ਲਾਈਕ ਮੈਂ ਹੁਣ ਜਿੱਦਾਂ ਵਿਲੇਜ 'ਚ ਬੈਠਾ ਨਾ, ਅਤੇ ਮੈਂ ਇੱਕ ਅਹਿਮਦਾਬਾਦ ਦੀ ਕੰਪਨੀ 'ਚ ਮੈਂ ਕੰਮ ਕਰ ਰਿਹਾ, ਬਟ ਮੈਨੂੰ ਉੱਥੇ ਜਾਣ ਦੀ ਲੋੜ ਨਹੀਂ ਹੈ ਨਾ। ਸੋ ਮੈਂ ਆਪਣਾ ਘਰੇ ਬਹਿ ਕੇ ਹੀ ਉਹਨਾਂ ਦੀ ਕੰਪਨੀ 'ਚ ਕੰਮ ਕਰ ਰਿਹਾ। ਔਰ ਤੁਸੀਂ ਪਰਸਨਲੀ ਆਫਿਸ ਵਰਕ ਵੀ ਲੈ ਸਕਦੇ ਹੋ, ਹੈ ਨਾ, ਉਹਦਾ ਥੋੜ੍ਹਾ ਪੈਕੇਜ ਹਾਈ ਹੁੰਦਾ। ਇੱਕ ਇਹ ਇਨਕਮ ਸੋਰਸ ਹੋ ਗਿਆ, ਤੁਸੀਂ ਜੋਬ ਵੀ ਕਰ ਸਕਦੇ ਹੋ, ਇੰਡੀਆ ਦੇ ਵਿੱਚ ਬਹੁਤ ਸਾਰੀ ਡਿਮਾਂਡਸ ਹੈ। ਔਰ ਫਿਰ ਹੋ ਗਿਆ ਕਲਾਇੰਟ, ਫੋਰ ਐਗਜ਼ਾਮਪਲ ਤੁਸੀਂ, ਤੁਹਾਡਾ ਕਮਿਊਨੀਕੇਸ਼ਨ ਸਕਿੱਲ ਅੱਛੀ ਹੈ, ਤੁਸੀਂ ਆਈਲੈਟਸ ਕਰਕੇ ਤੁਹਾਨੂੰ ਆਈਲੈਟਸ ਨੂੰ ਛੱਡੋ, ਤੁਸੀਂ ਸਪੀਕਿੰਗ ਦਾ ਕੋਰਸ ਲਿੱਤਾ, ਤੁਹਾਡੀ ਕਮਿਊਨੀਕੇਸ਼ਨ ਸਕਿੱਲ ਅੱਛੀ ਹੋ ਗਈ, ਤੁਹਾਡੀ ਇੰਗਲਿਸ਼ ਸਪੀਕਿੰਗ ਅੱਛੀ ਹੋ ਗਈ, ਤੁਸੀਂ ਕੋਈ ਫੋਰਨ ਦਾ ਕਲਾਇੰਟ ਨਾਲ ਗੱਲਬਾਤ ਕਰਦੇ ਹੋ, ਉਹਨੂੰ ਕਨਵਿੰਸ ਕਰਦੇ ਹੋ ਕਿ ਮੈਂ ਮਤਲਬ ਅਗਰ ਤੁਹਾਡਾ ਕੋਈ ਐਪ ਦੇ ਵਿੱਚ ਕੋਈ ਤੁਸੀਂ ਆਪਣੀ ਬਿਜ਼ਨਸ ਨੂੰ ਗਰੋ ਕਰਨ ਲਈ ਕੋਈ ਐਪ ਬਣਾਉਣਾ ਚਾਹੁੰਦੇ ਹੋ, ਤਾਂ ਮੇਰੇ ਕੋਲ ਬੜੀ ਵਧੀਆ ਸਕਿੱਲ ਹੈ, ਮੇਰਾ ਇਹ ਵਾਲਾ CV ਹੈ, ਮੇਰਾ ਇਹ ਪੋਰਟਫੋਲੀਓ ਹੈ, ਅਤੇ ਮਤਲਬ ਇਹਦੀ ਜ਼ਿਆਦਾ ਨੌਲੇਜ ਹੈ, ਮੈਂ ਤਾਂ ਇੱਦਾਂ ਤੁਹਾਡੇ ਨਾਲ ਕੰਮ ਕਰੂੰਗਾ। ਅਗਰ ਤੁਸੀਂ ਉਹਨੂੰ ਕਨਵਿੰਸ ਕਰ ਲੈਂਦੇ ਹੋ ਤਾਂ ਉਹਦੇ ਤੋਂ ਤੁਸੀਂ ਇੱਕ ਟੋਕਨ ਮਨੀ ਲੈਂਦੇ ਹੋ ਐਡਵਾਂਸ ਦੇ ਵਿੱਚ, ਫਿਰ ਉਹਦੇ ਮਾਈਲਸਟੋਨ ਬਣਾਉਂਦੇ ਹੋ, ਛੋਟੇ ਛੋਟੇ ਪਾਰਟਸ, ਲਾਈਕ ਹੈ ਨਾ, ਕਿ ਅੱਧਾ ਮੰਨ ਲਓ ਅੱਧੀ ਐਪ ਬਣ ਗਈ, ਤੁਸੀਂ ਮੈਨੂੰ ਇੰਨਾ ਪੇ ਕਰੋ, ਦੂਜਾ ਪਾਰਟ ਮੈਂ ਤਾਂ ਬਣਾਊਂਗਾ ਅਗਰ ਤੁਸੀਂ ਮੈਨੂੰ ਉਹ ਦੂਸਰਾ ਪੇਮੈਂਟ ਹੁੰਦਾ ਦਿਓਗੇ, ਫਿਰ ਮੈਂ ਨੈਕਸਟ ਪਾਰਟ ਬਣਾਊਂਗਾ। ਇੱਦਾਂ ਹੀ ਮਤਲਬ ਤੁਸੀਂ ਇੱਕ ਕਲਾਇੰਟ ਨਾਲ ਕੰਮ ਕਰ ਸਕਦੇ ਹੋ, ਫ੍ਰੀਲਾਂਸਿੰਗ ਕਰ ਸਕਦੇ ਹੋ, ਜੋਬ 'ਚ ਆਫਿਸ ਵਰਕ ਕਰ ਸਕਦੇ ਹੋ, ਫੋਰਨ ਦੇ ਵਿੱਚ ਜੋਬ ਕਰ ਸਕਦੇ ਹੋ। ਸੋ ਤੁਹਾਡੇ ਲਈ ਪੈਸਾ ਕਮਾਉਣ ਦੇ ਬਹੁਤ ਸਾਰੇ ਰਾਹ ਖੁੱਲ੍ਹ ਜਾਂਦੇ ਨੇ, ਠੀਕ ਹੈ। ਸੋ ਇੱਕ, ਅਗਰ ਤੁਹਾਨੂੰ IT ਦੀ ਨੌਲੇਜ ਹੋਏਗੀ ਤਾਂ ਤੁਹਾਡੇ ਨਾਲ ਕੋਈ ਫਰੋਡ ਨਹੀਂ ਕਰ ਪਾਊਗਾ ਕਿਸੇ ਵੀ ਐਪ ਦੇ ਥਰੂ, ਹੈ ਨਾ, ਰਾਈਟ। ਸੋ ਇਹ ਵਾਲੀ ਜਿਹੜੀ ਨੌਲੇਜ ਹੈ ਉਹ ਇਸ ਟਾਈਮ ਦੇ ਵਿੱਚ ਸਿੱਖਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਠੀਕ ਹੈ ਜੀ। ਸੋ ਇਹ ਸੀਗੀ ਆਪਣੀ ਬੇਸਿਕ ਨੌਲੇਜ ਕਿ ਆਪਾਂ ਜਿਹੜਾ ਕੋਰਸ ਸਿੱਖਣ ਜਾ ਰਹੇ ਹਾਂ ਉਹਦੇ ਮੇਨ ਬੈਨੀਫਿਟਸ ਕੀ ਨੇ, ਹੈ ਨਾ, ਉਹਦੇ ਆਪਾਂ ਮਾਈਂਡ 'ਚ ਰੱਖ ਕੇ ਚੱਲਣੇ ਨੇ ਮੇਨ ਬੈਨੀਫਿਟਸ। ਫੋਰਨ ਦੇ ਵਿੱਚ, ਫੋਰਨ ਦੀ ਕਿਸੇ ਕੰਪਨੀ 'ਚ ਜੋਬ, ਉਹ ਵੀ ਇੱਥੇ ਪੰਜਾਬ 'ਚ ਬੈਠ ਕੇ। ਸੈਕਿੰਡ ਹੋ ਗਿਆ ਆਪਣੀ ਕਿਸੇ ਇੰਡੀਆ ਦੀ ਕੰਪਨੀ ਦੇ ਵਿੱਚ ਜੋਬ, ਲਾਈਕ ਚੰਡੀਗੜ੍ਹ ਜਾਂ ਗੁੜਗਾਉਂ ਵਾਲੀ ਬਾਹਰ ਦੀ ਸਟੇਟ ਦੇ ਵਿੱਚ, ਹੈ ਨਾ, ਰਾਈਟ। ਫ੍ਰੀਲਾਂਸਿੰਗ ਹੋ ਗਈ, ਐਪ ਸਟੋਰ ਦੇ ਉੱਪਰ ਆਪਣੀ ਖੁਦ ਦੀ ਐਪ ਪਬਲਿਸ਼ ਕਰਕੇ ਉਹਦੇ ਤੋਂ ਕਿੱਦਾਂ ਪੈਸਾ ਕਮਾਉਣਾ, ਹੈ ਨਾ, ਇੱਕ ਉਹ ਆਪਣਾ ਇਨਕਮ ਸੋਰਸ ਹੋ ਗਿਆ, ਇੱਦਾਂ ਹੀ, ਠੀਕ ਹੈ। ਇਹ ਹੋ ਗਈ ਆਪਣੀ ਬੇਸਿਕ ਨੌਲੇਜ। ਚਲੋ ਹੁਣ ਆਪਾਂ ਆਪਣਾ ਜਿਹੜਾ ਅੱਜ ਦਾ ਮੇਨ ਲੈਕਚਰ ਹੈ, ਜਿਹਦੇ 'ਚ ਅੱਜ ਆਪਾਂ ਡੇਟਾ ਟਾਈਪਸ ਅਤੇ ਕੀਵਰਡਸ ਕਵਰ ਕਰਾਂਗੇ, ਇਹਦੇ ਬਾਰੇ ਥੋੜ੍ਹਾ ਜਿਹਾ ਦੱਸ ਦੇਣਾ। ਕੀਵਰਡਸ ਕੀ ਹੁੰਦੇ ਆ ਕਿ ਜਿੱਦਾਂ ਹੁੰਦਾ ਨਾ, ਜਿੱਦਾਂ ਕੀਵਰਡ ਮਤਲਬ ਕੋਡ ਵਰਡ ਦੇ ਦਿੰਦੇ ਨੇ, ਕਿ ਜਿੱਦਾਂ ਮੈਨੂੰ ਚਾਰਲੀ ਮੇਰਾ ਪਰਸਨਲ ਨਾਮ ਨਹੀਂ, ਮੈਨੂੰ ਚਾਰਲੀ ਦੇ ਨਾਂ ਅਨਾਊਂਸ ਕਰਨਗੇ, ਉਹ ਮੈਨੂੰ ਤੇ ਮੇਰੇ ਸੀਨੀਅਰ ਨੂੰ ਪਤਾ ਹੈ ਕਿ ਇਹਦਾ ਕੀ ਮਤਲਬ ਹੈ।
ਉੱਦਾਂ ਹੀ ਕੰਪਿਊਟਰ ਦੇ ਵਿੱਚ ਇੱਕ ਕੀਵਰਡਸ ਹੁੰਦੇ ਨੇ, ਮਤਲਬ ਇੱਕ ਵਰਡ ਰੱਖੇ ਹੋਏ ਨੇ ਜਿਹਦਾ ਕੰਪਿਊਟਰ ਨੂੰ ਪਤਾ ਹੈ, ਅਤੇ ਜਦੋਂ ਤੁਸੀਂ ਉਸ ਚੀਜ਼ ਸਿੱਖ ਲੈਂਦੇ ਹੋ, ਫਿਰ ਤੁਹਾਨੂੰ ਉਹ ਵਰਡ ਦੇ ਥਰੂ, ਉਹ ਕੋਡ ਵਰਡ ਦੇ ਥਰੂ ਤੁਸੀਂ ਕੰਪਿਊਟਰ ਨਾਲ ਗੱਲਬਾਤ ਕਰ ਸਕਦੇ ਹੋ, ਕੰਪਿਊਟਰ ਤੋਂ ਕੋਈ ਵੀ ਆਪਣਾ ਟਾਸਕ ਪਰਫੋਰਮ ਕਰਵਾ ਸਕਦੇ ਹੋ। ਉਹ ਤਾਂ ਹੀ ਹੋਊਗਾ ਅਗਰ ਤੁਹਾਨੂੰ ਉਹ ਕੀਵਰਡਸ ਦੀ ਨੌਲੇਜ ਹੋਏਗੀ, ਠੀਕ ਹੈ, ਕਿਉਂਕਿ ਅਗਰ ਤੁਹਾਨੂੰ ਉਹਦੇ ਕੋਡ ਵਰਡ ਪਤਾ ਹੋਣਗੇ ਫਿਰ ਹੀ ਤਾਂ ਤੁਸੀਂ ਉਹਨੂੰ ਇੰਸਟਰਕਸ਼ਨ ਦਿਓਗੇ ਨਾ, ਠੀਕ ਹੈ। ਸੋ ਅੱਜ ਦੇ ਲੈਕਚਰ ਦੇ ਵਿੱਚ ਆਪਾਂ ਉਹ ਕੀਵਰਡ ਡਿਸਕਸ ਕਰਾਂਗੇ, ਕੀਵਰਡ ਦੇਖਾਂਗੇ ਵੀ ਕਿਹੜੇ ਕਿਹੜੇ ਕੀਵਰਡ ਨੇ। ਫਿਰ ਡੇਟਾ ਟਾਈਪ ਬੇਸਿਕਲੀ ਕੀ ਹੁੰਦੇ ਨੇ? ਡੇਟਾ ਟਾਈਪ ਦਾ ਮਤਲਬ ਹੁੰਦਾ ਹੈ ਕਿ ਜਿਹੜਾ ਆਪਾਂ ਕੰਪਿਊਟਰ ਦੇ ਵਿੱਚ ਡੇਟਾ ਸਟੋਰ ਕਰਵਾ ਰਹੇ ਹਾਂ, ਹੈ ਨਾ, ਉਹ ਮਤਲਬ ਉਹ ਆਪਣੀ ਮਤਲਬ ਫੋਨ ਦੀ ਆਪਣੀ ਕਿੰਨੀ ਮੈਮਰੀ ਲੈ ਰਿਹਾ, ਹੈ ਨਾ, ਉਹ ਮੈਮਰੀ ਕਿੰਨੀ ਲੈ ਰਿਹਾ, ਅਤੇ ਉਹਦੇ 'ਚ ਕਿਸ ਤਰ੍ਹਾਂ ਦਾ, ਕਿਸ ਟਾਈਪ ਦਾ ਡੇਟਾ ਸਟੋਰ ਹੋ ਰਿਹਾ, ਠੀਕ ਹੈ। ਉਹ ਆਪਾਂ ਚਲੋ ਅੱਗੇ ਆਪਾਂ ਲੈਕਚਰ ਕਵਰ ਕਰਦੇ ਹਾਂ, ਇੱਕ ਇੱਕ ਚੀਜ਼ ਨੂੰ ਆਪਾਂ ਫਰਦਰ ਅੱਗੇ ਡਿਟੇਲ ਦੇ ਵਿੱਚ ਸਮਝਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕੀਵਰਡਸ ਦੀ। ਕੀਵਰਡ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਕੀਵਰਡ ਦਾ ਮਤਲਬ ਹੈ ਕਿ ਕੋਡ ਵਰਡ, ਮਤਲਬ ਜਾਵਾ ਲੈਂਗੁਏਜ ਦੇ ਵਿੱਚ ਪ੍ਰੀ ਡਿਫਾਈਨ ਕੋਡ ਵਰਡ ਹੁੰਦੇ ਨੇ। ਜਿੱਦਾਂ ਜਾਵਾ ਦੀ ਆਪਾਂ ਲਾਇਬ੍ਰੇਰੀ ਦੀ ਪਿੱਛੇ ਗੱਲ ਕਰਕੇ ਆਏ ਹਾਂ ਨਾ, ਕਿ ਲਾਇਬ੍ਰੇਰੀ ਆਪਾਂ ਨੂੰ ਲਾਇਬ੍ਰੇਰੀ ਮਿਲਦੀ ਹੈ ਜਾਵਾ, ਜਿਹਦੇ ਵਿੱਚ ਪ੍ਰੀ ਡਿਫਾਈਨ ਪਹਿਲਾਂ ਤੋਂ ਡਿਫਾਈਨ ਕੀਤੇ ਹੋਏ ਕੁਝ ਕੀਵਰਡਸ ਮਿਲਦੇ ਨੇ, ਜਿਹੜੇ ਅਗਰ ਆਪਾਂ ਨੂੰ ਉਹ ਕੀਵਰਡ ਪਤਾ ਹੋਣਗੇ ਫਿਰ ਹੀ ਆਪਾਂ ਕੰਪਿਊਟਰ ਤੋਂ ਉਸ ਕੀਵਰਡ ਦੇ ਥਰੂ ਕੋਈ ਵੀ ਕੰਮ ਕਰਵਾ ਸਕਦੇ ਹਾਂ, ਠੀਕ ਹੈ। ਜਿੱਦਾਂ ਹੋ ਗਿਆ ਇਫ ਦਾ ਮਤਲਬ ਕੀ ਹੁੰਦਾ ਹੈ? ਜਿੱਦਾਂ ਇਹ ਕੰਡੀਸ਼ਨ ਸਟੇਟਮੈਂਟਸ ਹੁੰਦੀਆਂ ਨੇ, ਇਫ ਐਲਸ ਇਫ, ਉਹ ਸਾਰੀ ਅੱਗੇ ਆਪਾਂ ਜਦੋਂ ਪ੍ਰੋਗਰਾਮਿੰਗ ਕਰਾਂਗੇ ਉਹਦੇ 'ਚ ਦੇਖਾਂਗੇ। ਡੂ ਕਾਹਦੇ ਵਾਸਤੇ ਯੂਜ਼ ਹੁੰਦਾ? ਡੂ ਵਾਈਲ ਲੂਪਸ ਵਗੈਰਾ ਨੂੰ ਡਿਫਾਈਨ ਕਰਨ ਵਾਸਤੇ, ਹੈ ਨਾ, ਉਹ ਚੀਜ਼ਾਂ। ਡੂ ਹੋ ਗਿਆ, ਪ੍ਰਾਈਵੇਟ ਹੋ ਗਿਆ, ਥਰੋ ਹੋ ਗਿਆ। ਇਹ ਜਸਟ ਤੁਸੀਂ ਇੱਕ ਵਾਰੀ ਮੈਮੋਰਾਈਜ਼ ਕਰ ਲੈਣੇ ਵੀ ਇਹ ਵਾਲੇ ਕੀਵਰਡ ਹੁੰਦੇ ਆ। ਜਿਹੜੀ ਇਹਨਾਂ ਦੀ ਡਿਟੇਲ 'ਚ ਇੰਪਲੀਮੈਂਟੇਸ਼ਨ ਹੈ ਉਹ ਆਪਾਂ ਜਦੋਂ ਅੱਗੇ ਆਪਾਂ ਪ੍ਰੋਗਰਾਮਿੰਗ ਕਰਾਂਗੇ ਉਹਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਪ੍ਰਾਈਵੇਟ ਦਾ ਮਤਲਬ ਕੀ ਹੈ, ਥਰੋ ਦਾ ਮਤਲਬ ਕੀ ਹੈ, ਰਿਟਰਨ ਦਾ ਮਤਲਬ ਕੀ ਹੈ, ਟਰਾਈ ਦਾ ਮਤਲਬ ਕੀ ਹੈ, ਹੈ ਨਾ। ਅਗਰ ਆਪਾਂ ਇਸ ਲੈਕਚਰ ਦੇ ਵਿੱਚ ਇੱਕ ਇੱਕ ਕੀਵਰਡ ਨੂੰ ਡਿਟੇਲ 'ਚ ਡਿਫਾਈਨ ਕਰਨ ਲੱਗ ਗਏ ਤਾਂ ਇਹ ਲੈਕਚਰ ਬਹੁਤ ਲੰਮਾ ਹੋ ਜਾਊਗਾ, ਅਤੇ ਇੱਥੇ ਕੋਈ ਜ਼ਿਆਦਾ ਇੰਨੀ ਸਮਝ ਵੀ ਨਹੀਂ ਆਏਗੀ, ਕਿਉਂਕਿ ਇਹ ਚੀਜ਼ ਉਦੋਂ ਹੀ ਸਮਝ ਆਉਂਦੀ ਹੈ ਜਦੋਂ ਆਪਾਂ ਇਹਨਾਂ ਕੀਵਰਡ ਨੂੰ ਪ੍ਰੈਕਟੀਕਲ ਯੂਜ਼ੇਜ 'ਚ ਲੈ ਕੇ ਆਵਾਂਗੇ, ਠੀਕ ਹੈ। ਥਿਓਰੈਟੀਕਲ ਜਸਟ ਤੁਸੀਂ ਇੱਕ ਵਾਰੀ ਇਹਨੂੰ ਮੈਮੋਰਾਈਜ਼ ਸਕਰੀਨਸ਼ਾਟ ਲੈ ਕੇ ਇਹਦਾ ਰੱਖ ਲਓ, ਮੈਮੋਰਾਈਜ਼ ਕਰ ਲਓ, ਬਟ ਇਹਨੂੰ ਆਪਾਂ ਅੱਗੇ ਫਰਦਰ ਇੱਕ ਨੂੰ ਡਿਟੇਲ 'ਚ ਅੱਗੇ ਡਿਸਕਸ ਕਰਾਂਗੇ। ਥੋੜ੍ਹੇ ਆਪਾਂ ਕਰ ਲੈਂਦੇ ਹਾਂ, ਜਿੱਦਾਂ ਇਫ ਹੋ ਗਿਆ, ਹੈ ਨਾ। ਇਫ ਦਾ ਮਤਲਬ ਹੈ ਕਿ ਅੱਗੇ ਆਪਾਂ ਜਦੋਂ ਕੰਡੀਸ਼ਨ ਸਟੇਟਮੈਂਟ ਪੜ੍ਹਾਂਗੇ ਉਹਦੇ 'ਚ ਆਪਾਂ ਦੇਖਾਂਗੇ ਕਿ ਇਫ ਦਾ ਵਰਤੋਂ ਕਰਾਂਗੇ ਕਿ ਆਪਾਂ ਕੰਪਿਊਟਰ ਤੋਂ ਕੁਛ ਕਰਵਾਉਣਾ ਚਾਹੁੰਦੇ ਹਾਂ, ਮਤਲਬ ਇੱਕ ਕੰਡੀਸ਼ਨ ਕਿ ਅਗਰ ਫੋਰ ਐਗਜ਼ਾਮਪਲ ਆਪਾਂ ਜਿੱਦਾਂ ਈਵਨ ਨੰਬਰ ਹੁੰਦੇ ਆ ਨਾ, ਔਰ ਜਿਵੇਂ ਗ੍ਰੇਟਰ ਨੰਬਰ ਕੋਈ ਕੱਢਣਾ ਵਾ, ਆਪਾਂ ਨੂੰ ਉਹ ਨੰਬਰ ਚਾਹੀਦੇ ਆ ਜਿਹੜਾ 2 ਤੋਂ ਵੱਧ ਹੋਣਾ ਨਾ, ਆਪਾਂ ਇੱਕ ਇਫ ਕੰਡੀਸ਼ਨ ਸਟੇਟਮੈਂਟ ਲੈ ਲਾਂਗੇ ਕਿ ਜਿਹੜਾ ਬਸ ਉਹੀ ਨੰਬਰ ਆਉਣ ਜਿਹੜੇ 2 ਤੋਂ ਵੱਧ ਹੋਣ। 2 ਤੋਂ ਵੱਧ ਵਾਲੇ ਕਿਵੇਂ? ਜਿਵੇਂ 3 ਆ ਜਾਊਗਾ, 4 ਆ ਜਾਊਗਾ, ਹੈ ਨਾ, ਉਹ ਚੀਜ਼ਾਂ ਆ ਜਾਣਗੀਆਂ, ਬਟ 0 ਅਤੇ 1 ਨਹੀਂ ਆਏਗਾ, ਹੈ ਨਾ। ਸੋ ਐਲਸ ਹੋ ਗਿਆ, ਅਗਰ 2 ਤੋਂ ਵੱਡੇ ਆ ਉਹ ਆ ਜਾਣ, ਨਹੀਂ ਤਾਂ ਫਿਰ ਅਗਰ ਮੈਂ ਲਾਈਕ ਇੱਕ ਐਲਸ ਸਟੇਟਮੈਂਟ ਲਾ ਲਈ ਅਗਰ 5 ਤੋਂ ਵੱਡੇ ਆ, ਠੀਕ ਹੈ। ਹਾਂ, ਬਟ ਇਹ ਆਪਾਂ ਚੀਜ਼ਾਂ ਮੇਨ ਪ੍ਰੋਗਰਾਮਿੰਗ 'ਚ ਅੱਗੇ ਇਨ ਡਿਟੇਲ 'ਚ ਜਾਵਾਂਗੇ, ਕਿਉਂਕਿ ਅਗਰ ਇੱਥੇ ਆਪਾਂ ਥਿਓਰੈਟੀਕਲ 'ਚ ਇੱਥੇ ਆਪਾਂ ਇੱਕ ਇੱਕ ਚੀਜ਼ ਨੂੰ ਐਕਸਪਲੇਨ ਕਰਨ ਲੱਗੇ ਤਾਂ ਉਹ ਸਾਰਾ ਕੁਛ ਫਿਰ ਮਤਲਬ ਘਾਚਾ ਮਾਚਾ ਜਿਹਾ ਵੱਜ ਜਾਊਗਾ, ਮਤਲਬ ਦਿਮਾਗ ਪਜ਼ਲ ਜਿਹਾ ਹੋ ਜਾਊਗਾ ਵੀ ਇਹਦਾ ਮਤਲਬ ਕੀ ਹੈ, ਕਿਉਂਕਿ ਇੱਦਾਂ ਇਹ ਚੀਜ਼ਾਂ ਉੱਥੇ ਹੀ ਸਮਝ ਆਉਂਦੀਆਂ ਜਦੋਂ ਆਪਾਂ ਇਹਨਾਂ ਨੂੰ ਪ੍ਰੈਕਟੀਕਲ 'ਚ ਯੂਜ਼ ਕਰਾਂਗੇ, ਠੀਕ ਹੈ। ਬ੍ਰੇਕ ਸਟੇਟਮੈਂਟ ਹੋ ਗਈ, ਬੂਲੀਅਨਸ ਹੋ ਗਏ। ਬਸ ਇੱਥੇ ਆਪਾਂ ਜਸਟ ਇੱਕ ਜਿੱਦਾਂ ਹੁੰਦਾ ਨਾ, ਜਿੱਦਾਂ ਆਪਾਂ ਇੰਗਲਿਸ਼ ਲੈਂਗੁਏਜ ਸਿੱਖਦੇ ਹਾਂ, ਇੱਕ ਵੋਕੈਬਲਰੀ ਦੇ ਥਰੂ ਆਪਾਂ ਕੋਈ ਵਰਡ ਯਾਦ ਕਰ ਲੈਂਦੇ ਹਾਂ, ਹੈ ਨਾ। ਇਹਦਾ ਮਤਲਬ ਇਹਦਾ ਜਸਟ ਇੱਥੇ ਇਹ ਹੈ ਕਿ ਤੁਸੀਂ ਇੱਕ ਵਾਰੀ ਇਹ ਚੀਜ਼ ਨੂੰ ਦੇਖ ਲਓ, ਮੈਮੋਰਾਈਜ਼ ਕਰ ਲਓ ਕਿ ਅਸਰਟ ਹੁੰਦਾ, ਡੂ ਹੁੰਦਾ, ਬਟ ਇਹਦੀ ਜਿਹੜੀ ਇੰਪਲੀਮੈਂਟੇਸ਼ਨ ਹੈ ਉਹ ਅੱਗੇ ਆਪਾਂ ਫਰਦਰ ਜਦੋਂ ਆਪਾਂ ਪ੍ਰੋਗਰਾਮਿੰਗ ਕਰਾਂਗੇ, ਜਦੋਂ ਆਪਾਂ ਐਕਚੁਅਲ 'ਚ ਪ੍ਰੋਗਰਾਮ ਬਣਾ ਕੇ ਵੇਖਾਂਗੇ ਉਹਦੇ 'ਚ ਆਪਾਂ ਇਹ ਚੀਜ਼ਾਂ ਨੂੰ ਇੱਕ ਇੱਕ ਕੀਵਰਡ ਨੂੰ ਡਿਸਕਸ ਕਰਾਂਗੇ, ਠੀਕ ਹੈ। ਮੇਨ ਮੁੱਦਾ ਅੱਜ ਦਾ ਇਹ ਸੀਗਾ ਵੀ ਕੀਵਰਡ ਮਤਲਬ ਕੋਡ ਵਰਡ, ਕਿ ਜਾਵਾ ਲੈਂਗੁਏਜ 'ਚ ਵੀ ਕਈ ਤਰ੍ਹਾਂ ਦੇ ਕੋਡ ਵਰਡਸ ਹੁੰਦੇ ਨੇ ਜਿਹੜੇ ਜਾਵਾ ਨੂੰ ਕੰਪਿਊਟਰ ਨੂੰ ਦੱਸਦੇ ਨੇ ਕਿ ਅਗਰ ਮੈਂ ਫਾਲਸ ਲਾਇਆ
ਤੇ ਕੰਪਿਊਟਰ ਨੂੰ ਪਤਾ ਲੱਗ ਜਾਊਗਾ ਕਿ ਇਹਨੇ ਫਾਲਸ ਲਾਇਆ, ਅੱਛਾ ਫਾਲਸ ਦਾ ਮਤਲਬ ਇਹ ਹੈ, ਮੈਂ ਇਹਦੇ ਅਕੋਰਡਿੰਗ ਉਹ ਵਾਲਾ ਟਾਸਕ ਪਰਫੋਰਮ ਕਰਵਾ ਦੂੰਗਾ। ਅੱਛਾ ਇਹਨੇ ਪ੍ਰੋਗਰਾਮਿੰਗ 'ਚ ਫਾਈਨਲ ਲਿਖਿਆ, ਫਾਈਨਲ ਦਾ ਮਤਲਬ ਮੈਨੂੰ ਐਜ਼ ਅ ਹਿਊਮਨ ਵੀ ਮੈਨੂੰ ਪਤਾ ਫਾਈਨਲ ਦਾ ਮਤਲਬ, ਕੰਪਿਊਟਰ ਨੂੰ ਤਾਂ ਪਤਾ ਹੀ ਹੈ। ਹੁਣ ਮੈਨੂੰ ਫਾਈਨਲ ਦਾ ਪਤਾ ਲੱਗ ਗਿਆ ਵੀ ਫਾਈਨਲ ਇਸ ਚੀਜ਼ ਕਰਕੇ ਯੂਜ਼ ਹੁੰਦਾ। ਆਪਾਂ ਫਿਰ ਕੰਪਿਊਟਰ ਨੂੰ ਕੋਈ ਉੱਦਾਂ ਦਾ ਕੰਮ ਕਰਵਾਉਣਾ ਜਿਹਦੇ 'ਚ ਆਪਾਂ ਨੂੰ ਫਾਈਨਲ ਦੀ ਜ਼ਰੂਰਤ ਹੈ, ਆਪਾਂ ਫਿਰ ਉਸ ਪ੍ਰੋਗਰਾਮ ਦੇ ਵਿੱਚ ਫਾਈਨਲ ਲਾ ਦਾਂਗੇ ਅਤੇ ਕੰਪਿਊਟਰ ਨੂੰ ਪਤਾ ਲੱਗ ਜਾਊਗਾ ਕਿ ਇਹ ਜਿਹੜੀ ਕੋਈ ਵੈਲਿਊ ਹੈ ਇਹ ਫਾਈਨਲ ਹੈ। ਠੀਕ ਹੈ, ਇਸ ਕਰਕੇ ਕੀਵਰਡਸ ਹੁੰਦੇ ਨੇ, ਮਤਲਬ ਕੋਡ ਵਰਡ ਰੱਖੇ ਹੋਏ ਨੇ ਇੱਕ ਜਾਵਾ ਲੈਂਗੁਏਜ ਨੇ ਕੰਪਿਊਟਰ ਤੋਂ ਕੰਮ ਕਰਵਾਉਣ ਵਾਸਤੇ। ਠੀਕ ਹੈ ਜੀ, ਇਹ ਸਾਰੇ ਕੀਵਰਡ ਨੇ। ਚਲੋ ਆਪਾਂ ਅੱਗੇ ਵਧਦੇ ਹਾਂ। ਅੱਗੇ ਡੇਟਾ ਟਾਈਪ। ਹਾਂਜੀ, ਹੁਣ ਆਪਾਂ ਡੇਟਾ ਟਾਈਪ ਨੂੰ ਥੋੜ੍ਹਾ ਡਿਟੇਲ ਦੇ ਵਿੱਚ ਸਮਝਦੇ ਹਾਂ। ਡੇਟਾ ਟਾਈਪ ਕੀ ਹੁੰਦਾ ਹੈ, ਜਿੱਦਾਂ ਇਹ ਲਿਖਿਆ ਹੋਇਆ, ਇਹ ਟਾਈਪ ਆਈਡੈਂਟੀਫਾਈਜ਼ ਅ ਸੈਟ ਆਫ ਵੈਲਿਊਜ਼ ਐਂਡ ਦੇਅਰ ਰਿਪਰਜੈਂਟੇਸ਼ਨ ਇਨ ਮੈਮਰੀ ਐਂਡ ਅ ਸੈਟ ਆਫ ਆਪਰੇਸ਼ਨ ਦੈਟ ਟਰਾਂਸਫਾਰਮ ਥੀਸ ਵੈਲਿਊਜ਼ ਇਨਟੂ ਅਦਰ ਵੈਲਿਊਜ਼ ਆਫ ਦੈਟ ਸੈਟ। ਸਭ ਤੋਂ ਪਹਿਲਾਂ ਡੇਟਾ ਟਾਈਪਸ ਇਹਨੂੰ ਬੋਲਦੇ ਹਾਂ। ਡੇਟਾ ਮਤਲਬ ਜੋ ਵੀ ਆਪਾਂ ਕੰਪਿਊਟਰ ਦੇ ਵਿੱਚ ਡੇਟਾ ਸਟੋਰ ਕਰਵਾਉਂਦੇ ਹਾਂ, ਕਿਸੇ ਵੀ ਤਰ੍ਹਾਂ ਦਾ ਨੰਬਰ ਵੀ ਹੋ ਸਕਦਾ, ਡਿਜਿਟ ਵੀ ਹੋ ਸਕਦਾ, ਉਹਦੀਆਂ ਹੁੰਦੀਆਂ ਟਾਈਪਸ ਹੁੰਦੀਆਂ ਵੀ ਕਿੰਨੀ ਟਾਈਪ ਦਾ ਡੇਟਾ ਹੁੰਦਾ ਹੈ ਨਾ ਕੰਪਿਊਟਰ 'ਚ ਸਟੋਰ ਕਰਾਉਣ ਵਾਸਤੇ। ਫੋਰ ਐਗਜ਼ਾਮਪਲ ਡਿਜਿਟ ਹੋ ਗਿਆ, ਨੰਬਰ ਹੋ ਗਿਆ, ਕਰੈਕਟਰ ਹੋ ਗਿਆ ਹੈ ਨਾ, ਫਿਰ ਫਰੈਕਸ਼ਨਲ ਵੈਲਿਊ ਹੋ ਗਈ, ਕੋਈ ਡਬਲ ਵੈਲਿਊ ਹੋ ਗਈ, ਕੋਈ ਲੌਂਗ ਵੈਲਿਊ ਹੋ ਗਈ, ਕਾਫੀ ਵੱਡੀ ਸਾਰੀ ਵੈਲਿਊ ਹੋ ਗਈ। ਇੱਦਾਂ ਇਹਨਾਂ ਦੀਆਂ ਟਾਈਪਸ ਨੇ। ਡੇਟਾ ਟਾਈਪ ਦੀ ਡੈਫੀਨੇਸ਼ਨ ਕੀ ਹੈ ਕਿ ਮੈਮਰੀ ਦੇ ਵਿੱਚ ਸਟੋਰ ਕਰਵਾਉਣ ਵਾਸਤੇ ਜਿਹੜਾ ਡੇਟਾ ਹੈ ਉਹ ਮਤਲਬ ਉਹ ਕਿੰਨੀ ਮੈਮਰੀ ਲਊਗਾ ਵੀ ਜਿਵੇਂ ਆਪਾਂ ਨੂੰ ਹੁੰਦਾ ਨਾ, ਜਿਵੇਂ ਆਪਾਂ ਫੋਰ ਐਗਜ਼ਾਮਪਲ ਜੀਓ ਦੀ ਗੱਲ ਕਰੀਏ, ਆਪਾਂ ਨੂੰ 2 GB ਡੇਲੀ ਡਾਟਾ ਮਿਲਦਾ। ਆਪਾਂ ਉਹਦੇ 'ਚੋਂ ਮੰਨ ਲਓ ਕੋਈ ਵੀਡੀਓ ਵੇਖੀ ਜਿਹਦੀ ਲਾਈਕ ਰੈਜ਼ੋਲੂਸ਼ਨ ਜਿਹਦੀ ਕੁਆਲਿਟੀ ਘੱਟ ਸੀਗੀ, ਉਹ ਘੱਟ MB ਲਏਗੀ, ਜਿਹਦੀ ਹਾਈ ਕੁਆਲਿਟੀ ਸੀ ਉਹ ਜ਼ਿਆਦਾ MB ਲਏਗੀ। ਅਤੇ ਜਿਹੜਾ ਆਪਾਂ ਨੂੰ 2 GB ਡੇਲੀ ਡਾਟਾ ਮਿਲਿਆ ਸੀਗਾ, ਉਹਦੇ 'ਚ ਅਗਰ ਆਪਾਂ ਜ਼ਿਆਦਾ MB ਵਾਲੀ ਵੇਖੀ ਤਾਂ ਆਪਣਾ ਜ਼ਿਆਦਾ ਡਾਟਾ ਉੱਡੂਗਾ, ਅਗਰ ਆਪਾਂ ਘੱਟ MB ਵਾਲੀ ਦੇਖੀ ਤਾਂ ਘੱਟ ਡਾਟਾ ਉੱਡੂਗਾ। ਇੱਦਾਂ ਹੀ ਸੇਮ ਜਾਵਾ ਦੇ ਵਿੱਚ ਅਗਰ ਆਪਾਂ ਕੋਈ ਵੈਲਿਊ ਸਟੋਰ ਕਰਵਾਉਣੀ ਹੈ ਜਿਹੜੀ ਕਿ ਕਾਫੀ ਵੱਡੀ ਵੈਲਿਊ ਹੈ, ਠੀਕ ਹੈ, ਜਿਵੇਂ 1,50,000 36,000 ਫਲਾਣਾ ਟਿਮਕਾ, ਠੀਕ ਹੈ, ਉਹ ਵੈਲਿਊ ਸਟੋਰ ਕਰਵਾਉਣੀ ਆ, ਫਿਰ ਉਹਨੂੰ ਇੱਕ ਟਾਈਪ ਡਿਫਾਈਨ ਕੀਤੀ ਗਈ ਹੈ ਕਿ ਅਗਰ ਤੁਸੀਂ ਵੱਡੀ ਵੈਲਿਊ ਸਟੋਰ ਕਰਵਾਉਣੀ ਹੈ ਕੰਪਿਊਟਰ 'ਚ ਅਤੇ ਉਹਦੀ ਆਹ ਟਾਈਪ ਹੈ ਵੀ ਤੁਹਾਨੂੰ ਆਹ ਟਾਈਪ ਡਿਫਾਈਨ ਕਰਨੀ ਪਏਗੀ, ਵੀ ਕੰਪਿਊਟਰ ਨੂੰ ਦੱਸਣਾ ਪਊਗਾ ਵੀ ਅਸੀਂ ਵੱਡੀ ਵੈਲਿਊ ਸਟੋਰ ਕਰਵਾਉਣੀ ਹੈ। ਅਗਰ ਆਪਾਂ ਛੋਟੀ ਵੈਲਿਊ ਸਟੋਰ ਕਰਵਾਉਣੀ ਹੈ ਲਾਈਕ 203, ਠੀਕ ਹੈ, 203 ਛੋਟੀ ਵੈਲਿਊ ਹੈ, ਉੱਥੇ ਵੀ ਆਪਾਂ ਨੂੰ ਡਾਟਾ ਦੀ ਟਾਈਪ ਡਿਫਾਈਨ ਕਰਨੀ ਪਏਗੀ ਕਿ ਨਹੀਂ ਭਾਈ ਅਸੀਂ ਛੋਟੀ ਵੈਲਿਊ ਸਟੋਰ। ਉਹ ਕੀ ਕਰੇਗਾ, ਤੁਹਾਡੇ ਡਾਟਾ ਵਾਸਤੇ ਇੱਕ ਕੰਪਿਊਟਰ ਦੇ ਵਿੱਚ ਮਤਲਬ ਮੈਮਰੀ ਨੂੰ ਖਾਲੀ ਕਰਕੇ ਰੱਖ ਲਏਗਾ। ਠੀਕ ਹੈ, ਜਿੱਦਾਂ ਰੀਅਲ ਲਾਈਫ 'ਚ ਹੁੰਦਾ ਕਿ ਆਪਾਂ ਮੰਨ ਲਓ ਕੋਈ ਗਲਾਸ ਰੱਖਣਾ ਹੈ ਨਾ, ਗਲਾਸ ਰੱਖਣ ਵਾਸਤੇ ਆਪਾਂ ਨੂੰ ਥੋੜ੍ਹੀ ਜਗ੍ਹਾ ਚਾਹੀਦੀ ਹੈ। ਕੰਪਿਊਟਰ ਕੀ ਕਰੇਗਾ, ਅਗਰ ਗਲਾਸ ਰੱਖਣਾ ਉਹਦੇ ਵਾਸਤੇ ਥੋੜ੍ਹੀ ਜਗ੍ਹਾ ਰਿਜ਼ਰਵ ਕਰਕੇ ਰੱਖ ਲਊਗਾ, ਤੁਹਾਡੀ ਬੁੱਕ ਕਰਕੇ ਰੱਖ ਲਊਗਾ। ਅਗਰ ਮੰਨ ਲਓ ਉਸੇ ਜਗ੍ਹਾ 'ਤੇ ਤੁਸੀਂ ਕੁਰਸੀ ਰੱਖਣੀ ਹੈ ਵੱਡਾ ਜਾਂ ਟੇਬਲ ਰੱਖਣਾ, ਫਿਰ ਉਹਨੂੰ ਕੰਪਿਊਟਰ ਨੂੰ ਕੀ ਕਰਨਾ ਪਊਗੀ, ਵੱਡੀ ਜਗ੍ਹਾ ਰਿਜ਼ਰਵ ਕਰਨੀ ਪਊਗੀ ਤਾਂ ਕਿ ਉੱਥੇ ਤੁਸੀਂ ਟੇਬਲ ਰੱਖ ਸਕੋ। ਠੀਕ ਹੈ, ਇੱਦਾਂ ਹੀ ਜਾਵਾ ਲੈਂਗੁਏਜ 'ਚ ਅਗਰ ਤੁਸੀਂ ਵੱਡੀ ਵੈਲਿਊ ਕੰਪਿਊਟਰ ਦੇ ਵਿੱਚ ਸਟੋਰ ਕਰਵਾਉਣੀ ਆ ਤਾਂ ਤੁਹਾਨੂੰ ਟਾਈਪ ਡਿਫਾਈਨ ਕਰਨੀ ਪਵੇਗੀ ਲਾਈਕ ਲੌਂਗ, ਕਿ ਮੈਂ ਭਾਈ ਵੱਡੀ ਮੇਰੀ ਜਿਹੜੀ ਵੈਲਿਊ ਹੈ ਜਿਹੜੀ ਕੰਪਿਊਟਰ ਦੇ ਵਿੱਚ ਸਟੋਰ ਕਰਵਾਉਣੀ ਹੈ ਉਹ ਥੋੜ੍ਹੀ ਜਿਹੀ ਵੱਡੀ ਹੈ। ਅਤੇ ਫਿਰ ਆਪਾਂ ਜਿਹੜੀ ਟਾਈਪ ਹੈ ਉਹ ਦੱਸਦੀ ਕੰਪਿਊਟਰ ਨੂੰ ਕਿ ਮੇਰੀ ਲੌਂਗ ਟਾਈਪ ਹੈ, ਫਿਰ ਉਹਨੇ ਆਪਣੇ ਵਾਸਤੇ ਵੱਡੀ ਜਗ੍ਹਾ ਰੱਖ ਲਈ। ਅਗਰ ਨਹੀਂ ਭਾਈ ਮੇਰੀ ਵੈਲਿਊ ਜਿਵੇਂ 203 ਹੈ, ਮੇਰੀ ਵੈਲਿਊ ਛੋਟੀ ਹੈ, ਫਿਰ ਆਪਾਂ ਸ਼ਾਰਟ ਡਿਫਾਈਨ ਕਰਤਾ ਕਿ ਨਹੀਂ ਤੁਸੀਂ ਥੋੜ੍ਹੀ ਜਗ੍ਹਾ ਰੱਖੋ ਤਾਂ ਕਿ ਮੇਰੀ ਜਿਹੜੀ ਛੋਟੀ ਵੈਲਿਊ ਸਟੋਰ ਹੋ। ਫੋਰ ਐਗਜ਼ਾਮਪਲ ਇੱਥੇ ਇਹ ਕਿਉਂ ਜ਼ਰੂਰੀ ਹੈ, ਮੰਨ ਲਓ ਆਪਣੀ ਵੈਲਿਊ ਸੀਗੀ 203 ਬਟ ਆਪਾਂ ਜਿਹੜੀ ਟਾਈਪ ਡਿਫਾਈਨ ਕਰਤੀ ਲੌਂਗ, ਹੁਣ ਕੰਪਿਊਟਰ ਨੇ ਤਾਂ ਜਗ੍ਹਾ ਤੁਹਾਡੀ ਜ਼ਿਆਦਾ ਖਾਲੀ ਰਿਜ਼ਰਵ ਕਰਕੇ ਰੱਖ ਲਈ, ਪਰ ਜਿਹੜੀ ਵੈਲਿਊ ਤੁਸੀਂ ਸਟੋਰ ਕਰਾਈ ਹੈ ਉਹ ਛੋਟੀ ਜਿਹੀ ਹੈ, ਫਿਰ ਉੱਥੇ ਨੁਕਸਾਨ ਹੋ ਗਿਆ ਨਾ। ਉੱਥੇ ਤੁਸੀਂ ਕੋਈ ਐਪ ਬਣਾ ਰਹੇ ਹੋ ਜਿਹਦੇ 'ਚ ਵੈਲਿਊ ਤਾਂ ਤੁਸੀਂ ਛੋਟੀ ਸਟੋਰ ਕਰਵਾਉਣੀ ਸੀ, ਬਟ ਜਿਹੜੀ ਉਹ ਤੁਹਾਡੀ ਐਪ ਹੈ ਕਿਸੇ ਵੀ ਫੋਨ ਦੇ ਵਿੱਚ ਉਹ ਬੰਦਾ ਇੰਸਟਾਲ ਕਰੂਗਾ, ਉਹਦੇ ਫੋਨ ਦੀ ਤਾਂ ਉਹਨੇ ਜ਼ਿਆਦਾ ਮੈਮਰੀ ਲੈ ਲਈ ਨਾ। ਇਸ ਕਰਕੇ ਅਗਰ ਟਾਈਪ ਨੂੰ ਆਪਾਂ ਅੱਛੇ ਤਰੀਕੇ ਨਾਲ ਬੇਸਿਕ ਨੂੰ ਸਮਝਿਆ ਹੋਏਗਾ, ਫਿਰ ਆਪਾਂ ਨੂੰ ਪਤਾ ਹੋਊਗਾ ਕਿ
ਆਪਾਂ ਜਿਹੜੀ ਵੈਲਿਊ ਅਗਰ ਆਪਣੀ ਛੋਟੀ ਹੈ ਤਾਂ ਛੋਟੀ ਟਾਈਪ ਡਿਫਾਈਨ ਕਰਾਂਗੇ, ਅਗਰ ਆਪਣੀ ਵੈਲਿਊ ਵੱਡੀ ਹੈ ਤਾਂ ਆਪਾਂ ਵੱਡੀ ਟਾਈਪ ਡਿਫਾਈਨ ਕਰਾਂਗੇ, ਤਾਂ ਕਿ ਆਪਣੀ ਵੈਲਿਊ ਦੇ ਅਕੋਰਡਿੰਗ ਉਹ ਕੰਪਿਊਟਰ ਦੀ ਸਟੋਰੇਜ ਦੇ ਵਿੱਚ ਆਪਣੀ ਜਗ੍ਹਾ ਨੂੰ ਰਿਜ਼ਰਵ ਕਰਕੇ ਰੱਖ ਸਕੇ। ਠੀਕ ਹੈ ਜੀ। ਫਿਰ ਡੇਟਾ ਟਾਈਪ ਦੇ ਵਿੱਚ ਕਾਫੀ ਸਾਰੇ ਓਪਰੇਸ਼ਨ ਵੀ ਪਰਫੋਰਮ ਕਰਦਾ, ਜਿੱਦਾਂ ਮੰਨ ਲਓ ਉਹ ਆਪਾਂ ਅੱਗੇ ਪ੍ਰੈਕਟੀਕਲ ਵੀ ਦੇਖਾਂਗੇ ਕਿ ਕਿੱਦਾਂ ਐਕਚੁਅਲ ਦੇ ਵਿੱਚ ਉਹ ਕਨਵਰਟ ਕਰਦਾ। ਜਿੱਦਾਂ ਇੱਕ ਇੰਟੀਜਰ ਵੈਲਿਊ ਹੈ, ਉਹਨੂੰ ਅਗਰ ਆਪਾਂ ਸਟਰਿੰਗ ਦੇ ਵਿੱਚ ਕਨਵਰਟ ਕਰਨਾ ਹੈ ਤਾਂ ਉਹ ਕਿੱਦਾਂ ਹੁੰਦੀ ਹੈ ਨਾ। ਉਹ ਜਦੋਂ ਆਪਾਂ ਪ੍ਰੋਗਰਾਮਿੰਗ ਕਰਾਂਗੇ ਉਹਦੇ ਵਿੱਚ ਆਪਾਂ ਇੱਕ ਇੱਕ ਚੀਜ਼ ਨੂੰ ਦੇਖਾਂਗੇ। ਮੰਨ ਲਓ 2 ਹੈ ਬਟ 2 ਇੱਕ ਡਿਜਿਟ ਹੈ, ਅਤੇ ਇਹ ਜਿਹੜੀ ਸਟਰਿੰਗ ਹੈ ਉਹ ਇੱਕ ਤਰ੍ਹਾਂ ਦਾ ਟੈਕਸਟ ਵੈਲਿਊ ਹੁੰਦੀ ਹੈ, ਜਿਵੇਂ ਨਾਮ ਹੋ ਗਿਆ ਨਾ, ਜਿਵੇਂ ਗੁਰਪ੍ਰੀਤ। ਪਰ ਮੈਂ ਕੀ ਕਰਨਾ ਚਾਹੁੰਦਾ ਕੰਪਿਊਟਰ ਦੇ ਵਿੱਚ, ਇੱਕ ਕਰਨਾ ਚਾਹੁੰਦਾ ਗੁਰਪ੍ਰੀਤ 2, ਜਿਵੇਂ ਆਪਾਂ ਕੰਟੈਕਟ ਦੇ ਵਿੱਚ ਸੇਵ ਕਰਦੇ ਨਾ ਗੁਰਪ੍ਰੀਤ 1 ਗੁਰਪ੍ਰੀਤ 2, ਉੱਦਾਂ ਹੀ ਹੁਣ 2 ਤਾਂ ਇੱਕ ਡਿਜਿਟ ਹੈ, ਬਟ ਆਪਾਂ ਉਹਨੂੰ ਜਿਹੜਾ ਸਟੋਰ ਕਰਵਾਉਣਾ ਉਹ ਸਟਰਿੰਗ ਵੈਲਿਊ 'ਚ ਸਟੋਰ, ਮਤਲਬ ਟੈਕਸਟ 'ਚ ਸਟੋਰ ਕਰਵਾਉਣਾ, ਫਿਰ ਉੱਥੇ ਕਨਵਰਜਨ ਹੋ ਜਾਂਦੀ ਹੈ, ਮਤਲਬ ਓਪਰੇਸ਼ਨ ਸੈੱਟ ਆਫ ਓਪਰੇਸ਼ਨ ਪਰਫੋਰਮ ਹੋ ਜਾਂਦੇ ਆ। ਉਹਦੇ 'ਚ ਅੱਗੇ ਆਪਾਂ ਸਿੱਖਾਂਗੇ ਕਿ ਆਪਾਂ ਅਗਰ 2 ਨੂੰ ਸਟਰਿੰਗ ਦੇ ਵਿੱਚ ਕਨਵਰਟ ਕਰਨਾ ਤਾਂ ਕਿੱਦਾਂ ਹੋਏਗਾ। ਠੀਕ ਹੈ, ਸਮਝ ਆ ਗਈ। ਮੈਮਰੀ ਰਿਪਰੈਜ਼ੈਂਟੇਸ਼ਨ ਇਨ ਮੈਮਰੀ ਔਰ ਸੈੱਟ ਆਫ ਓਪਰੇਸ਼ਨ, 2 ਚੀਜ਼ਾਂ ਮੇਨ ਹੈ। ਠੀਕ ਹੈ। ਜਾਵਾ ਇੱਕ ਸਟਰੋਂਗਲੀ ਟਾਈਪ ਲੈਂਗੁਏਜ ਹੈ, ਮਤਲਬ ਕਿ ਜਿਹੜੀ ਤੁਸੀਂ ਟਾਈਪ ਡਿਫਾਈਨ ਕੀਤੀ ਉਹਦੀ ਜਿਹੜੀ ਪਰਿਭਾਸ਼ਾ ਹੈ ਉਹੀ ਰਹੇਗੀ, ਉਹ ਚੇਂਜ ਨਹੀਂ ਹੋਏਗੀ। ਠੀਕ ਹੈ। ਅਗਰ ਤੁਸੀਂ ਲੌਂਗ ਕੀਤੀ ਤਾਂ ਉਹ ਲੌਂਗ ਵੈਲਿਊ ਦੀ ਜਗ੍ਹਾ ਰਿਜ਼ਰਵ ਕਰੇਗਾ, ਅਗਰ ਸ਼ਾਰਟ ਟਾਈਪ ਡਿਫਾਈਨ ਕੀਤੀ ਤਾਂ ਉਹ ਸ਼ਾਰਟ ਜਗ੍ਹਾ ਰਿਜ਼ਰਵ ਕਰੇਗਾ। ਠੀਕ ਹੈ ਜੀ। ਅੱਗੇ ਵਧਦੇ ਹਾਂ। ਅੱਗੇ ਆ ਗਈ ਡੇਟਾ ਦੀ ਟਾਈਪਸ, ਮਤਲਬ ਕਿੰਨੀ ਤਰ੍ਹਾਂ ਦੀ ਟਾਈਪਸ ਹੁੰਦੀ ਹੈ ਡੇਟਾ ਦੀ। ਇਹਦੇ 'ਚ ਆਪਣੇ ਕੋਲ 2 ਤਰ੍ਹਾਂ ਦੀ ਟਾਈਪਸ ਹੁੰਦੀਆਂ, ਇੱਕ ਹੁੰਦੀ ਹੈ ਪਰਮਿਟਿਵ ਡੇਟਾ ਟਾਈਪਸ, ਇੱਕ ਹੁੰਦੀ ਹੈ ਨੋਨ ਪਰਮਿਟਿਵ ਡੇਟਾ ਟਾਈਪ, ਮੀਨਸ ਯੂਜ਼ਰ ਡਿਫਾਈਨਡ ਡੇਟਾ ਟਾਈਪ। ਪਰਮਿਟਿਵ ਟਾਈਪਸ ਕੀ ਹੈ, ਮਤਲਬ ਪ੍ਰੀ ਡਿਫਾਈਨਡ ਟਾਈਪਸ, ਜਿਹੜੀ ਆਪਾਂ ਨੂੰ ਲਾਇਬ੍ਰੇਰੀ ਦੇ ਵਿੱਚ ਹੀ ਮਿਲਦੀ ਹੈ। ਜਦੋਂ ਆਪਾਂ ਜਾਵਾ ਆਪਣੇ ਕੰਪਿਊਟਰ ਦੇ ਵਿੱਚ ਇੰਸਟਾਲ ਕਰਦੇ ਹਾਂ ਤਾਂ ਉਹ ਆਪਾਂ ਨੂੰ ਲਾਇਬ੍ਰੇਰੀ, ਜਿੱਦਾਂ ਪਿੱਛੇ ਪੜ੍ਹ ਕੇ ਆਏ ਨਾ ਕਿ ਲਾਇਬ੍ਰੇਰੀ ਕਿੰਨੀ ਪ੍ਰੀ ਡਿਫਾਈਨ ਕਲਾਸਿਸ ਮਿਲਦੀਆਂ ਨੇ, ਆਪਾਂ ਨੂੰ ਪ੍ਰੀ ਡਿਫਾਈਨ ਕੀਵਰਡਸ ਮਿਲਦੇ ਨੇ। ਉੱਦਾਂ ਦੀ ਹੀ ਜਿਵੇਂ ਇੰਟ, ਬੂਲੀਅਨ, ਲੌਂਗ ਟਾਈਮ, ਅੱਗੇ ਆਪਾਂ ਦੇਖਾਂਗੇ ਕਿ ਪਰਮਿਟਿਵ ਟਾਈਪਸ ਕਿਹੜੇ ਨੇ। ਇਹਦਾ ਮੇਨ ਮਤਲਬ ਡੈਫੀਨੇਸ਼ਨ ਇਹ ਹੀ ਹੈ ਕਿ ਪ੍ਰੀ ਡਿਫਾਈਨ, ਜਿਹੜੇ ਕਿ ਬੰਦਾ ਡਿਫਾਈਨ ਨਹੀਂ ਕਰਦਾ, ਕੰਪਿਊਟਰ ਨੇ ਆਪਦੇ ਡਿਫਾਈਨ ਕੀਤੇ ਹੋਏ ਨੇ ਪਹਿਲਾਂ ਹੀ। ਆਪਾਂ ਇਹਨੂੰ ਚੇਂਜ ਨਹੀਂ ਕਰ ਸਕਦੇ, ਆਪਾਂ ਉਹਨੂੰ ਮਤਲਬ ਮੋਡੀਫਾਈ ਨਹੀਂ ਕਰ ਸਕਦੇ। ਬਸ ਆਪਾਂ ਨੂੰ ਉਹ ਲਾਇਬ੍ਰੇਰੀ 'ਚੋਂ ਆਪਾਂ ਜਿਹੜੇ ਆਲਰੇਡੀ ਡਿਫਾਈਨ ਨੇ ਉਹਨਾਂ ਨੂੰ ਸਮਝ ਕੇ ਉਹਨਾਂ ਨੂੰ ਹੀ ਵਰਤਾਂਗੇ, ਆਪਾਂ ਕੋਈ ਐਡੀਸ਼ਨ ਨਹੀਂ ਕਰਾਂਗੇ। ਇੱਕ ਹੁੰਦੇ ਨੋਨ ਪਰਮਿਟਿਵ ਟਾਈਪ ਔਰ ਯੂਜ਼ਰ ਡਿਫਾਈਨ। ਉਹ ਕੀ ਹੈ, ਉਹ ਪਹਿਲਾਂ ਤੋਂ ਕੰਪਿਊਟਰ ਨੇ ਡਿਫਾਈਨ ਨਹੀਂ ਕੀਤੇ ਹੁੰਦੇ, ਉਹ ਆਪਾਂ ਐਜ਼ ਅ ਡਿਵੈਲਪਰ, ਐਜ਼ ਅ ਪਰਸਨ ਆਪਾਂ ਡਿਫਾਈਨ ਕਰਦੇ ਹਾਂ, ਅਤੇ ਆਪਾਂ ਅੱਗੇ ਮਤਲਬ ਉਹਨੂੰ ਦੱਸਦੇ ਹਾਂ, ਕੰਪਿਊਟਰ ਨੂੰ ਦੱਸਦੇ ਹਾਂ ਕਿ ਇਹ ਮਤਲਬ ਹਿਊਮਨ ਲੈਂਗੁਏਜ, ਮਤਲਬ ਇਹ ਮੈਂ ਹੀ ਡਿਫਾਈਨ ਕੀਤਾ ਹੈ, ਇਹਦੀ ਕੋਈ ਪਹਿਲਾਂ ਤੋਂ ਡਿਫਾਈਨਿੰਗ ਇਹਦੀ ਨਹੀਂ ਹੈਗੀ। ਠੀਕ ਹੈ। ਜਿੱਦਾਂ ਫੋਰ ਐਗਜ਼ਾਮਪਲ ਕੋਈ ਆਪਾਂ ਸਮ ਕਰਵਾਉਣਾ ਹੈ, ਆਪਾਂ ਇੱਕ ਹਿਊਮਨ ਲੈਂਗੁਏਜ 'ਚ ਇੱਕ ਫੰਕਸ਼ਨ ਬਣਾਇਆ ਸਮ। ਠੀਕ ਹੈ। ਸੋ ਫੰਕਸ਼ਨ ਬਣਾਇਆ ਸਮ, ਬਟ ਕੀ ਹੋਏਗਾ ਕਿ ਹੁਣ ਜਿਹੜਾ ਸਮ ਹੈ ਉਹਦੀ ਜਿਹੜੀ ਡੈਫੀਨੇਸ਼ਨ ਹੈ ਉਹ ਪਹਿਲਾਂ ਉਹਦੀ ਲਾਇਬ੍ਰੇਰੀ 'ਚ ਨਹੀਂ ਹੈਗੀ। ਆਪਾਂ ਇੱਕ ਮਤਲਬ ਆਪਾਂ ਨੂੰ ਹੀ ਸਮਝ ਆ ਸਕੇ ਕਿ ਆਪਾਂ ਜਿਹੜਾ ਕੋਡ ਲਿਖਿਆ ਕੰਪਿਊਟਰ ਦੇ ਵਿੱਚ ਉਹਦਾ ਨਾਮ ਹਿਊਮਨ ਰੱਖੀਏ, ਤਾਂ ਕਿ ਜਦੋਂ ਆਪਾਂ ਦੁਬਾਰਾ ਜਾ ਕੇ ਮੈਥਡ ਨੂੰ ਪੜ੍ਹੀਏ ਤਾਂ ਆਪਾਂ ਨਾਮ ਤੋਂ ਹੀ ਆਇਡੈਂਟੀਫਾਈ ਹੋ ਜਾਏ ਕਿ ਇਹਦਾ ਕੰਮ ਕੀ ਹੈ। ਜਿੱਦਾਂ ਆਪਾਂ ਨਾਮ ਮੈਥਡ ਦਾ ਨਾਮ ਰੱਖਤਾ ਸਮ, SUM ਸਮ, ਹੁਣ ਆਪਾਂ ਨੂੰ ਮੈਥਡ ਦਾ ਨਾਮ ਦਾ ਸਮ ਤੋਂ ਪਤਾ ਲੱਗ ਗਿਆ ਕਿ ਇਹਦੇ ਵਿੱਚ ਜੋ ਵੀ ਕੈਲਕੂਲੇਸ਼ਨ ਹੋਏਗੀ ਉਹ ਕਿਸੇ ਵੀ ਡਿਜਿਟ ਦਾ ਸਮ ਹੋਏਗਾ। ਠੀਕ ਹੈ। ਉਹ ਯੂਜ਼ਰ ਨੇ ਡਿਫਾਈਨ ਕੀਤਾ, ਸਮ ਆਪਾਂ ਰੱਖਿਆ, ਕੋਈ ਆਲਰੇਡੀ ਡਿਫਾਈਨ ਨਹੀਂ ਸੀਗਾ ਵੀ ਸਮ ਨੂੰ ਪਹਿਲਾਂ ਲਾਇਬ੍ਰੇਰੀ ਇੱਕ ਕਲਾਸ ਪ੍ਰੀ ਡਿਫਾਈਨ ਕਲਾਸ ਪਈ ਸੀ ਸਮ, ਆਪਾਂ ਉਹਨੂੰ ਚੱਕ ਲਿਆ ਅਤੇ ਯੂਜ਼ ਕਰ ਲਿਆ ਆਪਣੇ ਅਕੋਰਡਿੰਗ, ਇਹਨੂੰ ਆਪਾਂ ਡਿਫਾਈਨ ਕੀਤਾ। ਜਿੱਦਾਂ ਈਵਨ ਨੰਬਰ, ਕੋਈ ਫੰਕਸ਼ਨ ਬਣਾਇਆ ਐਡ ਈਵਨ ਨੰਬਰ, ਹੈ ਨਾ, ਪ੍ਰਿੰਟ ਈਵਨ ਨੰਬਰ, ਇੱਕ ਆਪਾਂ ਮੈਥਡ ਦਾ ਨਾਮ ਲਿਖਤਾ ਪ੍ਰਿੰਟ। ਇਹਦੇ ਤੋਂ ਪਤਾ ਲੱਗ ਗਿਆ ਕਿ ਆਪਾਂ ਜਿਹੜੇ ਈਵਨ ਨੰਬਰ ਹੈ ਉਹਨਾਂ ਨੂੰ ਕੰਪਿਊਟਰ ਸਕਰੀਨ 'ਤੇ ਪ੍ਰਿੰਟ ਕਰਵਾਉਣਾ ਚਾਹੁੰਦੇ ਹਾਂ। ਠੀਕ ਹੈ।
ਉਹ ਹੋ ਗਏ ਯੂਜ਼ਰ ਡਿਫਾਈਨ ਟਾਈਪਸ। ਪ੍ਰਿਮਿਟਿਵ ਟਾਈਪਸ ਜਿਹੜੇ ਆਲਰੇਡੀ ਕੰਪਿਊਟਰ ਨੇ ਡਿਫਾਈਨ ਕਰਕੇ ਆਪਣੀ ਲਾਇਬ੍ਰੇਰੀ ਵਿੱਚ ਰੱਖੇ ਹੋਏ ਨੇ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਪ੍ਰਿਮਿਟਿਵ ਟਾਈਪ। ਇੱਥੇ ਆਪਾਂ ਨੂੰ ਪ੍ਰਿਮਿਟਿਵ ਟਾਈਪ ਹੀ ਸਿੱਖਣ ਦੀ ਲੋੜ ਹੈ, ਕਿਉਂਕਿ ਨੋਨ ਪ੍ਰਿਮਿਟਿਵ ਟਾਈਪ ਤਾਂ ਆਪਣੀ ਮਰਜ਼ੀ ਹੋ ਗਈ ਨਾ। ਉਹ ਜਦੋਂ ਆਪਾਂ ਅੱਗੇ ਕੋਡਿੰਗ ਕਰਾਂਗੇ, ਡਿਵੈਲਪਮੈਂਟ ਕਰਾਂਗੇ, ਤਾਂ ਉਦੋਂ ਆਪਾਂ ਦੇਖਾਂਗੇ ਉਹ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗ ਆਪਾਂ ਜੋ ਵੀ ਕੋਈ ਮੈਥਡ ਡਿਫਾਈਨ ਕਰਨਾ ਆ, ਮਤਲਬ ਯੂਜ਼ਰ ਡਿਫਾਈਨ ਟਾਈਪ ਕਰਨੀਆਂ ਹੋਈਆਂ, ਉਹ ਆਪਾਂ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗ ਹੀ ਆਪਾਂ ਕੋਈ ਨਾ ਕੋਈ ਡੇਟਾ ਟਾਈਪ ਆਪਦੇ ਵੱਲੋਂ ਡਿਫਾਈਨ ਕਰ ਲਾਂਗੇ। ਠੀਕ ਹੈ, ਬਟ ਆਪਾਂ ਨੂੰ ਮੇਨ ਸਿੱਖਣ ਦੀ ਲੋੜ ਹੈ ਪ੍ਰੀ ਡਿਫਾਈਨ, ਜਿਹੜੀਆਂ ਆਲਰੇਡੀ ਕੰਪਿਊਟਰ ਦੇ ਵਿੱਚ ਡਿਫਾਈਨ ਨੇ। ਉਹ ਅਗਰ ਆਪਾਂ ਨੂੰ ਆ ਗਈਆਂ ਫਿਰ ਹੀ ਆਪਾਂ ਕੰਪਿਊਟਰ ਤੋਂ ਉਹ ਵਾਲੇ ਟਾਈਪ ਦੇ ਅਕੋਰਡਿੰਗ ਕੰਮ ਕਰਵਾ ਸਕਦੇ ਹਾਂ। ਠੀਕ ਹੈ, ਜਿੱਦਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪ੍ਰਿਮਿਟਿਵ ਟਾਈਪ ਬੂਲੀਅਨ। ਬੂਲੀਅਨ ਦਾ ਮਤਲਬ ਕੀ ਹੁੰਦਾ ਹੈ? ਬੂਲੀਅਨ ਦਾ ਮਤਲਬ ਹੁੰਦਾ ਟਰੂ ਔਰ ਫਾਲਸ। ਠੀਕ ਹੈ, ਇਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ, ਇੱਕ ਟਰੂ, ਇੱਕ ਫਾਲਸ। ਠੀਕ ਹੈ, ਜਿਵੇਂ ਆਪਾਂ ਦੇਖਿਆ ਨਾ ਐਪ ਦੇ ਵਿੱਚ ਦੇਖਿਆ ਕਿ ਜਿੰਨੀ ਦੇਰ ਤੱਕ ਡਾਟਾ ਨਹੀਂ ਆਉਂਦਾ ਅਤੇ ਇੱਕ ਉਹ ਗੋਲ ਜਿਹਾ ਚੱਕਰ ਜਿਹਾ ਘੁੰਮਦਾ ਰਹਿੰਦਾ। ਜਿੱਦਾਂ ਆਪਾਂ ਇੰਸਟਾਗ੍ਰਾਮ 'ਤੇ ਵੀ ਵੇਖੀਦਾ, ਜਾਂ ਜਦੋਂ ਆਪਣਾ ਇੰਟਰਨੈਟ ਥੋੜ੍ਹਾ ਸਲੋਅ ਹੁੰਦਾ ਅਤੇ ਉੱਥੇ ਵੀ ਆਪਾਂ ਇੱਕ ਚੱਕਰ ਜਿਹਾ ਘੁੰਮਦਾ ਹੁੰਦਾ। ਉੱਥੇ ਆਪਾਂ ਇੱਕ ਬੂਲੀਅਨ ਵੈਲਿਊ ਲੈ ਕੇ ਚੱਲਦੇ ਹਾਂ, ਜਿਵੇਂ ਮਤਲਬ ਇਜ਼ ਡਾਟਾ ਗੈਟ, ਮਤਲਬ ਕਿ ਡਾਟਾ ਆ ਗਿਆ, ਪਹਿਲਾਂ ਉਹ ਫਾਲਸ ਹੋਊਗਾ ਜਦੋਂ ਤੱਕ ਡਾਟਾ ਨਹੀਂ ਆਊਗਾ। ਫਿਰ ਉਹਦੀ ਵੈਲਿਊ ਜਦੋਂ ਡਾਟਾ ਆ ਜਾਊਗਾ ਉਹਦੀ ਵੈਲਿਊ ਆਪਾਂ ਟਰੂ ਕਰ ਦਾਂਗੇ ਕਿ ਹਾਂ ਹੁਣ ਡਾਟਾ ਆ ਗਿਆ, ਹੁਣ ਉਹ ਚੱਕਰ ਹਟ ਜੇ ਅਤੇ ਆਪਣੀ ਇੰਸਟਾਗ੍ਰਾਮ ਦੀਆਂ ਜਿਹੜੀਆਂ ਪੋਸਟਾਂ ਹੈ ਉਹ ਯੂਜ਼ਰ ਨੂੰ ਦਿਖਣ ਲੱਗ ਜਾਣ। ਠੀਕ ਹੈ, ਅਗਰ ਕੋਈ ਆਪਾਂ ਵੈਲਿਊ ਸਿਰਫ ਟਰੂ ਅਤੇ ਫਾਲਸ ਲੈਣੀ ਹੈ ਫਿਰ ਆਪਾਂ ਬੂਲੀਅਨ। ਫਿਰ ਆ ਗਈ ਕਰੈਕਟਰ, ਕੈਰ ਵੈਲਿਊ। ਠੀਕ ਹੈ, ਕੈਰ ਦਾ ਮਤਲਬ ਕਿਆ ਹੁੰਦਾ ਹੈ ਕਿ ਸਿੰਗਲ ਕਰੈਕਟਰ ਅਗਰ ਆਪਾਂ ਸਟੋਰ ਕਰਾਉਣਾ, ਮੰਨ ਲਓ ਕੈਪੀਟਲ ਦੇ ਵਿੱਚ ਏ ਸਟੋਰ ਕਰਵਾਉਣਾ, ਬੀ ਸਟੋਰ ਕਰਵਾਉਣਾ, ABCD ਆਪਾਂ ਇੱਦਾਂ ਨਾਂ ਰੱਖ ਲੈਣੇ ਆ, ਜਿੱਦਾਂ ਆਪਾਂ ਫੁੱਲ ਫੋਮ ਹੁੰਦੀਆਂ ਨੇ BSF। ਹੁਣ ਆਪਾਂ ਇੱਕ ਕੋਈ ਫੁੱਲ ਫੋਮ ਕੰਪਿਊਟਰ ਦੇ ਵਿੱਚ BSF ਹੈ ਨਾ, ਸੌਰੀ BCF ਲਿਖਿਆ ਗਿਆ, BSF। ਠੀਕ ਹੈ, BSF ਇੱਦਾਂ ਕੋਈ ਆਪਾਂ ਇੱਕ ਸਿੰਗਲ ਕਰੈਕਟਰ ਸਟੋਰ ਕਰਵਾ ਰਹੇ ਨਾ, BS ਔਰ BSF। ਠੀਕ ਹੈ, ਉਹਦੇ ਵਾਸਤੇ ਆਪਾਂ ਕੈਰ ਯੂਜ਼ ਕਰਾਂਗੇ। ਕਰੈਕਟਰ ਉਹ 16 ਬਿਟ ਲੈਂਦਾ ਵਾ, ਕਿ ਉਹਨੇ 16 ਬਿਟ ਦੀ ਜਗ੍ਹਾ ਕੰਪਿਊਟਰ ਨੇ ਰੱਖ ਲਈ ਆਪਣੇ ਕਰੈਕਟਰ ਨੂੰ ਸਟੋਰ ਕਰਵਾਉਣ ਵਾਸਤੇ। ਹੁਣ ਆਪਾਂ ਨੂੰ ਪਤਾ ਹੈ ਕਿ ਆਪਾਂ ਇੱਕ ਜਾਂ ਵੱਧ ਤੋਂ ਵੱਧ 3 ਕਰੈਕਟਰ ਹੀ ਸਟੋਰ ਕਰਵਾਉਣੇ ਆ, ਆਪਾਂ ਨੂੰ 16 ਬਿਟ ਦੀ ਜਗ੍ਹਾ ਬਹੁਤ ਹੈ। ਠੀਕ ਹੈ, ਫਿਰ ਹੁੰਦੀਆਂ ਬਾਈਟ। ਹੁਣ ਇੱਕ ਬਾਈਟ ਦੇ ਵਿੱਚ 8 ਬਿਟ ਹੁੰਦੀਆਂ ਨੇ। ਠੀਕ ਹੈ, ਤਾਂ ਮਤਲਬ ਕੀ ਹੋਇਆ, 16 ਬਿਟ ਦਾ ਮਤਲਬ ਹੋਵੇਗਾ ਕਿ 2 ਬਾਈਟ ਦਾ ਡਾਟਾ ਉਹ ਕਰੈਕਟਰ ਦੇ ਵਿੱਚ ਸਟੋਰ ਕਰਵਾ ਸਕਦੇ ਹਾਂ। ਅਗਰ ਸ਼ਾਰਟ ਟਾਈਪ ਦਾ ਡੇਟਾ ਹੈ ਉਹ ਹੀ 16 ਬਿਟਸ ਹੀ ਰੱਖੂਗਾ, ਮਤਲਬ 2 ਬਾਈਟ ਰੱਖੂਗਾ। ਜਿੱਦਾਂ ਕਰੈਕਟਰ ਹੈ ਉੱਦਾਂ ਹੀ ਸ਼ਾਰਟ ਹੈ। ਠੀਕ ਹੈ, ਸੇਮ ਮੈਮਰੀ ਰਿਪਰੈਜ਼ੈਂਟੇਸ਼ਨ ਹੈ, ਕੋਈ ਜ਼ਿਆਦਾ ਵੱਡਾ ਹੈ ਨਹੀਂ। ਜਿਹੜੀ ਇੰਟੀਜ਼ਰ ਵੈਲਿਊ ਹੈ, ਇੰਟੀਜ਼ਰ ਜਿੱਦਾਂ 203, 304, 405 ਇਹ ਸਾਰੀ ਇੰਟੀਜ਼ਰ ਵੈਲਿਊ ਹੁੰਦੀਆਂ ਨੇ। ਉਹ ਕਿੰਨਾ ਰਹਿੰਦਾ ਨੇ 32 ਬਿਟਸ, ਮਤਲਬ 4 ਬਾਈਟ। ਠੀਕ ਹੈ, 4 ਬਾਈਟ ਦੀ ਜਗ੍ਹਾ ਰੱਖਦਾ ਆਪਣੇ ਕੋਲ। ਠੀਕ ਹੈ, ਫਿਰ ਹੋ ਗਿਆ ਫਲੋਟ। ਫਲੋਟ ਦਾ ਮਤਲਬ ਹੁੰਦਾ ਫਰੈਕਸ਼ਨ ਵੈਲਿਊ, ਜਿਵੇਂ 2/3 ਹੁੰਦੀ ਆ ਨਾ ਫਰੈਕਸ਼ਨ ਵੈਲਿਊ, 2/3 ਉਹ ਚੀਜ਼ ਹੈ, ਉਹ ਫਲੋਟ 'ਚ ਆਉਂਦੀ ਹੈ। ਉਹਦੇ 'ਚ ਕਿੰਨਾ ਹੁੰਦਾ 32 ਬਿਟ। ਠੀਕ ਹੈ, ਫਿਰ ਹੋ ਗਿਆ ਡਬਲ ਹੁੰਦੀ ਹੈ, ਇਹ ਇੰਟੀਜ਼ਰ ਤੋਂ ਵੱਡੀ ਹੁੰਦੀ ਹੈ। ਜਿਵੇਂ ਇੰਟੀਜ਼ਰ 32 ਬਿਟ ਦਾ, ਇਹ 64 ਬਿਟ ਦਾ ਹੁੰਦਾ। ਕਿ ਜਿੱਦਾਂ ਅੱਗੇ ਆਪਾਂ ਦੇਖਾਂਗੇ ਕਿ ਲੈਟੀਟਿਊਡ ਲੌਂਗੀਟਿਊਡ ਹੁੰਦੇ ਆ ਨਾ, ਜਿਵੇਂ ਡੈਸੀਮਲ ਵੈਲਿਊ ਜਿਹਨੂੰ ਕਹਿ ਦਿੰਦੇ ਹਾਂ 24 ਪੁਆਇੰਟ ਸਮਥਿੰਗ, ਜੋ 24.5 ਹੋ ਗਿਆ ਨਾ, ਇਹ ਹੁੰਦੀ ਹੈ ਡਬਲ ਵੈਲਿਊ, ਜਿਹਦੇ 'ਚ ਆਪਾਂ ਡੈਸੀਮਲ ਵੈਲਿਊ ਜਿਹਨੂੰ ਕਹਿ ਦਿੰਦੇ ਹਾਂ। ਉਹ ਅਗਰ ਸਟੋਰ ਕਰਵਾਉਣੀ ਹੈ ਕੰਪਿਊਟਰ ਦੇ ਵਿੱਚ, ਫਿਰ ਆਪਾਂ ਨੂੰ ਡਬਲ ਅੱਗੇ ਲਗਾਉਣਾ ਪਊਗਾ ਕਿ ਸਾਡੀ ਜਿਹੜੀ ਭਾਈ ਵੈਲਿਊ ਹੈ ਉਹ ਡੈਸੀਮਲ ਦੇ ਵਿੱਚ ਹੈ, ਅਤੇ ਉਹ ਆਪਣੇ ਵਾਸਤੇ 64 ਬਿਟ ਦੀ ਮੈਮਰੀ ਰੱਖ ਲਏਗਾ, ਮਤਲਬ 4 ਬਾਈਟ ਦੀ। ਠੀਕ ਹੈ, ਫਿਰ ਇੱਦਾਂ ਹੀ ਲੌਂਗ ਹੈ। ਲੌਂਗ ਵੀ ਇੰਟੀਜ਼ਰ ਦਾ ਵੱਡਾ, ਜਿਵੇਂ ਮੰਨ ਲਓ 50,60,435 ਵੈਲਿਊ ਹੈ, ਉਹ ਲੌਂਗ 'ਚ ਆਏਗੀ। ਜਿਵੇਂ 240 ਹੈ ਉਹ ਇੰਟੀਜ਼ਰ 'ਚ ਆਏਗੀ। ਠੀਕ ਹੈ, ਉਹ ਲਊਗਾ 64 ਬਿਟ ਦਾ, ਇਹ ਲਊਗਾ 32 ਬਿਟ ਦਾ, ਮਤਲਬ ਇਹ 2 ਬਾਈਟ ਦਾ, ਇਹ 16 32 ਮਤਲਬ 4 ਬਾਈਟ ਦਾ, ਇਹ ਲਊਗਾ 8 ਬਾਈਟ ਦਾ। ਠੀਕ ਹੈ, ਸਮਝ ਲੱਗ ਗਈ? ਅਗਰ ਨਹੀਂ ਵੀ ਸਮਝ ਲੱਗੀ ਤਾਂ ਅੱਗੋਂ ਆਪਾਂ ਜਦੋਂ ਪ੍ਰੈਕਟੀਕਲ ਇੱਕ ਆਪਣਾ ਪ੍ਰੋਗਰਾਮ ਕਰਾਂਗੇ ਉਹਦੇ 'ਚ ਤੁਹਾਨੂੰ ਜ਼ਿਆਦਾ ਅੰਡਰਸਟੈਂਡਿੰਗ ਹੋ ਜਾਏਗੀ।
ਠੀਕ ਹੈ ਜੀ। ਅੱਗੇ ਵੈਰੀਏਬਲਸ ਦਾ ਮਤਲਬ ਕੀ ਹੁੰਦਾ, ਜਦੋਂ ਆਪਾਂ ਕੋਡ ਕਰਦੇ ਹਾਂ ਨਾ, ਕੋਡ ਦੇ ਵਿੱਚ ਆਪਾਂ ਸ਼ੁਰੂ 'ਚ ਵੈਰੀਏਬਲ ਲੈਂਦੇ ਹਾਂ। ਵੈਰੀਏਬਲ ਦਾ ਮਤਲਬ ਕੀ ਹੁੰਦਾ ਕਿ ਇੱਕ ਤਾਂ ਆਪਾਂ ਉਹਦੇ ਵਿੱਚ ਡੇਟਾ ਟਾਈਪ ਡਿਫਾਈਨ ਕਰਦੇ ਹਾਂ, ਜਿਵੇਂ ਪਿੱਛੇ ਪੜ੍ਹ ਕੇ ਆਏ ਸੀ ਨਾ ਇੰਟੀਜ਼ਰ। ਇਹ ਹੁਣ ਉਹ ਜਿਹੜੇ ਆਪਾਂ ਪਰਮਿਟਿਵ ਡੇਟਾ ਟਾਈਪ ਨੇ ਉਹਨਾਂ ਨੂੰ ਆਪਾਂ ਯੂਜ਼ ਕਰਨ ਲੱਗੇ ਹਾਂ, ਠੀਕ ਹੈ। ਮਤਲਬ ਪ੍ਰੋਗਰਾਮਿੰਗ ਦੇ ਵਿੱਚ ਆਪਾਂ ਯੂਜ਼ ਉਹਨੂੰ ਵੈਰੀਏਬਲ ਦੇ ਥਰੂ ਯੂਜ਼ ਕਰਦੇ ਹਾਂ, ਰਾਈਟ। ਇੰਟੀਜ਼ਰ ਹੋ ਗਈ ਆਪਣੀ ਡੇਟਾ ਟਾਈਪ, ਵੀ ਭਾਈ ਜਿਹੜੀ ਆਪਾਂ ਜਿਹੜੀ ਕੰਪਿਊਟਰ ਦੇ ਵਿੱਚ ਕੋਈ ਚੀਜ਼ ਸਟੋਰ ਕਰਵਾਉਣ ਲਈ ਉਹ ਸਾਡੇ ਡਿਜਿਟ ਨੇ 203 403, ਮਤਲਬ ਕੋਈ ਇੰਗਲਿਸ਼ ਦਾ ਵਰਡ ਨਹੀਂ ਹੈ, ਉਹ ਜਿਹੜਾ ਮੈਥ ਦਾ ਡਿਜਿਟ ਹੈ, ਠੀਕ ਹੈ 2 3। ਕਾਊਂਟਰ ਵੈਲਿਊ ਦਾ ਮਤਲਬ ਹੁੰਦਾ ਹੈ ਕਿ ਇੱਕ ਜਿਵੇਂ ਆਪਾਂ ਡੱਬਾ ਮਤਲਬ ਹੋਇਆ ਕਿ ਜਗ੍ਹਾ ਦੀ ਜਿਹੜੀ ਟਾਈਪ ਹੈ ਉਹ ਹੈ ਇੰਟੀਜ਼ਰ। ਮਤਲਬ ਇਹ ਡੱਬੇ ਦੇ ਵਿੱਚ ਜਿਹੜੀ ਚੀਜ਼ ਸਟੋਰ ਹੋਊਗੀ ਉਹ ਸਟੋਰ ਹੋਊਗੀ ਡਿਜਿਟ 203 20 40 50 ਜੋ ਵੀ ਹੈ ਨਾ। ਪਰ ਇਹ ਡੱਬੇ ਨੂੰ ਆਪਾਂ ਉਹਦਾ ਨਾਮ ਹੀ ਤਾਂ ਦੇਵਾਂਗੇ, ਤਾਂ ਕਿ ਇਹ ਡੱਬੇ 'ਚੋਂ ਜਦੋਂ ਵੈਲਿਊ ਆਪਾਂ ਕੱਢਣੀ ਹੈ ਉਹਦੇ ਨਾਂ ਦੇ ਥਰੂ ਕੱਢਾਂਗੇ। ਇਹ ਜਿਹੜਾ ਨਾਮ ਹੈ ਉਹ ਇਹ ਹੈ, ਠੀਕ ਹੈ। ਜਿਵੇਂ ਆਪਾਂ ਡੱਬੇ 'ਤੇ ਨਾਂ ਲਿਖਤਾ CV। ਜਿੱਦਾਂ ਫੋਰ ਐਗਜ਼ਾਮਪਲ ਆਪਾਂ ਜਿੱਦਾਂ ਹੁੰਦੀਆਂ ਨਾ ਫਾਈਲਸ ਬਣੀਆਂ ਹੁੰਦੀਆਂ, ਜਿਵੇਂ ਕੈਮਰੇ ਦੀਆਂ ਜਿਹੜੀਆਂ ਇਮੇਜਿਸ ਸਟੋਰ ਹੁੰਦੀਆਂ ਉਹਦੇ ਥੱਲੇ ਲਿਖਿਆ ਹੁੰਦਾ ਫਾਈਲ ਦਾ ਨਾਮ ਕੈਮਰਾ, ਪਤਾ ਲੱਗ ਜਾਂਦਾ ਕਿ ਜਿਹੜੀਆਂ ਫੋਟੋਆਂ ਖਿੱਚੀਆਂ ਸੀਗੀਆਂ, ਜਾਂ ਗੈਲਰੀ ਹੋ ਗਿਆ, ਜਿਹੜੀਆਂ ਫੋਟੋਆਂ ਖਿੱਚੀਆਂ ਉਹ ਪਤਾ ਗੈਲਰੀ 'ਚ ਪਈਆਂ ਹੋਣਗੀਆਂ। ਉੱਦਾਂ ਹੀ ਆਪਾਂ ਕੋਡਿੰਗ ਕਰ ਰਹੇ ਹਾਂ, ਇਹ ਉਹਦੀ ਮਤਲਬ ਅੰਦਰਲੀ ਵੀ ਬਣਦਾ ਕਿੱਦਾਂ ਹੈ ਨਾ। ਕਾਊਂਟਰ ਵੈਲਿਊ ਮਤਲਬ ਹੋ ਗਿਆ ਕਿ ਆਪਾਂ ਉਹਨੂੰ ਕੋਈ ਨਾਮ ਦੇਤਾ। ਇੰਟੀਜ਼ਰ ਦਾ ਮਤਲਬ ਹੋ ਗਿਆ ਕਿ ਉਹਦੀ ਟਾਈਪ ਡਿਫਾਈਨ ਕਰਦੇ ਕਿ ਇਹ ਡਿਜਿਟ ਹੈ ਜਾਂ ਟੈਕਸਟ ਹੈ ਨਾ। ਅਗਰ ਆਪਾਂ ਅੱਗੇ ਆਪਾਂ ਠੀਕ ਹੈ, ਉੱਦਾਂ ਹੀ ਆ ਗਿਆ ਡਬਲ। ਜਿੱਦਾਂ ਮੈਂ ਤੁਹਾਨੂੰ ਅੱਗੇ ਦੱਸਿਆ ਸੀ ਕਿ ਵੈਰੀਏਬਲ ਕਿ ਜਿਹੜੀ ਇਹਦੀ ਡੇਟਾ ਟਾਈਪ ਹੈ ਉਹ ਡਬਲ ਹੈ ਅਤੇ ਜਿਹੜਾ ਇਹਦਾ ਨਾਮ ਹੈ ਉਹ ਲੈਟ ਹੈ, ਠੀਕ ਹੈ। ਮਤਲਬ ਇਹ ਡੱਬਾ ਹੋ ਗਿਆ, ਇਹਦਾ ਨਾਮ ਹੋ ਗਿਆ LAT ਲੈਟ, ਬਟ ਇਹਦੇ 'ਚ ਜਿਹੜੀ ਵੈਲਿਊ ਸਟੋਰ ਹੋਏਗੀ ਹੁਣ ਇਹ 20 ਨਹੀਂ ਸਟੋਰ ਹੋਏਗੀ। ਹੁਣ ਇਹਦੇ 'ਚ ਜਿਹੜੀ ਵੈਲਿਊ ਸਟੋਰ ਹੋਏਗੀ ਉਹ ਲਾਈਕ 20.4, ਮਤਲਬ ਇਹਦੇ ਜਿਹੜੀ ਵੈਲਿਊ ਸਟੋਰ ਹੋਏਗੀ ਉਹ ਡੈਸੀਮਲ ਫਾਰਮ 'ਚ ਸਟੋਰ ਹੋਏਗੀ, ਠੀਕ ਹੈ। ਉਹਨੂੰ ਪਤਾ ਲੱਗ ਗਿਆ ਆਪਾਂ ਡਬਲ ਲਿਖਤਾ, ਉਹਨੂੰ ਕੰਪਿਊਟਰ ਨੂੰ ਪਤਾ ਲੱਗ ਗਿਆ ਕਿ ਉਹਨੇ ਜਿਹੜਾ ਬੰਦਾ ਹੈ ਇਹ ਜਿਹੜੀ ਵੈਲਿਊ ਸਟੋਰ ਕਰਾਊਗਾ ਉਹ ਡੈਸੀਮਲ ਵੈਲਿਊ ਸਟੋਰ ਕਰਾਊਗਾ। ਇਹ ਆਪਾਂ ਇੰਟ ਲਾਤਾ, ਕੰਪਿਊਟਰ ਨੂੰ ਪਤਾ ਲੱਗ ਗਿਆ ਕਿ ਇਹ ਬੰਦੇ ਨੇ ਇੰਟ ਲਾਇਆ। ਇੰਟ ਦਾ ਮਤਲਬ ਹੈ ਕੰਪਿਊਟਰ ਨੇ ਸਮਝ ਲਿਆ, ਇੰਟ ਦਾ ਮਤਲਬ ਹੈ ਕਿ ਇਹਨੇ ਇੰਟੀਜਰ ਵੈਲਿਊ ਸਟੋਰ ਕਰਵਾਉਣੀ ਆ, ਠੀਕ ਹੈ। ਜਿੱਦਾਂ ਆਪਾਂ ਟੀਚਰ ਆਉਂਦਾ ਨਾ, ਚਲੋ ਮੈਨੂੰ ਕਾਊਂਟਿੰਗ ਸੁਣਾਓ ਹੈ ਨਾ, 1 to 100 ਤੱਕ ਕਾਊਂਟਿੰਗ ਸੌ, ਤਾਂ ਆਪਾਂ ਨੂੰ ਪਤਾ ਲੱਗ ਗਿਆ ਕਾਊਂਟਿੰਗ ਦਾ ਮਤਲਬ ਹੈ ਕਿ 1 2 3 4 ਸੁਣਾਉਣਾ ਵਾ। ਅਗਰ ਉਹਨੇ ਆਪਾਂ ਨੂੰ ਕਿਹਾ ਕਿ ਕੋਈ ਆਪਦਾ ਨਾਮ ਦੱਸੋ, ਫਿਰ ਮਤਲਬ ਮੇਰਾ ਨਾਮ ਜਿਵੇਂ ਗੁਰਪ੍ਰੀਤ ਹੈ, ਉਹ ਟੈਕਸਟ ਦੇ ਵਿੱਚ ਹੈ ਹੈ ਨਾ, ਇਹ ਇੱਦਾਂ ਡਿਜਿਟ ਦੇ ਵਿੱਚ, ਠੀਕ ਹੈ ਜੀ। ਫਿਰ ਆ ਗਈ ਸਟਰਿੰਗ ਦਾ ਮਤਲਬ ਹੁੰਦਾ ਹੈ ਕਿ ਆਪਾਂ ਕੋਈ ਇੰਗਲਿਸ਼ ਦਾ ਲੰਮਾ ਵਰਡ ਕੰਪਿਊਟਰ 'ਚ ਸਟੋਰ ਕਰਵਾਉਣਾ, ਫਿਰ ਆਪਣੀ ਉਹਦੀ ਡੇਟਾ ਟਾਈਪ ਹੋਏਗੀ ਸਟਰਿੰਗ। ਇਹ ਚੀਜ਼ਾਂ ਤੁਸੀਂ ਯਾਦ ਕਰਨੀਆਂ ਕਿ ਡਿਜਿਟ ਕੋਈ ਸਟੋਰ ਕਰਵਾਉਣਾ, ਉਹਦੀ ਡੇਟਾ ਟਾਈਪ ਹੈ ਇੰਟ, ਆਪਾਂ ਨੂੰ ਇੰਟ। ਅਗਰ ਕੋਈ ਡੈਸੀਮਲ ਵੈਲਿਊ ਸਟੋਰ ਕਰਵਾਉਣੀ ਹੈ ਉਹਦੀ ਡੇਟਾ ਟਾਈਪ ਹੈ ਡਬਲ। ਅਗਰ ਕੋਈ ਟੈਕਸਟ ਫਾਈਲ ਸਟੋਰ ਕਰਵਾਉਣੀ ਹੈ ਉਹਦਾ ਨਾਮ ਹੈ ਸਟਰਿੰਗ। ਉੱਦਾਂ ਹੀ ਸਟਰਿੰਗ ਦੇ ਲਈ ਵੀ ਇੱਕ ਡੱਬਾ ਬਣ ਜਾਏਗਾ, ਠੀਕ ਹੈ, ਨਾਮ ਸਟੋਰ ਕਰਵਾਉਣਾ। ਅਗਰ ਫੋਰ ਐਗਜ਼ਾਮਪਲ ਆਪਾਂ ਇਹਦੇ 'ਚ ਮੰਨ ਲਓ ਆਪਾਂ ਡੇਟਾ ਟਾਈਪ ਰੱਖ ਲਈ ਇੰਟੀਜ਼ਰ, ਬਟ ਉਹਦੇ 'ਚ ਆਪਾਂ ABC ਸਟੋਰ ਕਰਵਾ ਰਹੇ ਹਾਂ, ਉਹ ਨਹੀਂ ਹੋਊਗਾ, ਉਹ ਤੁਹਾਨੂੰ ਐਰਰ ਦੇ ਦੂਗਾ, ਠੀਕ ਹੈ। ਉੱਥੇ ਤੁਹਾਨੂੰ ਸਮਝ ਆ ਜਾਊਗਾ ਕਿ ਐਰਰ ਇਸ ਚੀਜ਼ ਦਾ ਕਿ ਆਪਾਂ ਡੇਟਾ ਟਾਈਪ ਤਾਂ ਇੰਟੀਜ਼ਰ ਡਿਫਾਈਨ ਕੀਤੀ ਹੋਈ ਹੈ, ਬਟ ਜਿਹੜੀ ਆਪਾਂ ਉਹਦੇ 'ਚ ਵੈਲਿਊ ਸਟੋਰ ਕਰਵਾ ਰਹੇ ਹਾਂ ਉਹ ਆਪਾਂ ਕਰਵਾ ਰਹੇ ਹਾਂ ਕੋਈ ਨਾਮ, ਰਾਈਟ, ਠੀਕ ਹੈ। ਇਹ ਹੋ ਗਿਆ। ਫਿਰ ਅੱਗੇ ਆ ਗਿਆ ਐਰੇ। ਅੱਗੇ ਆਪਾਂ ਐਰੇ ਪੜ੍ਹਾਂਗੇ। ਇਹ ਐਰੇ ਦੀ ਰਿਪਰਜੈਂਟੇਸ਼ਨ ਹੈ ਕਿ ਕਿਸੇ ਐਰੇ ਨੂੰ ਰਿਪਰਜੈਂਟੇਸ਼ਨ ਕਰਨੀ ਹੈ, ਮਤਲਬ ਕੋਡ ਦੇ ਵਿੱਚ ਕੋਈ ਐਰੇ ਡਿਫਾਈਨ ਕਰਨਾ ਤਾਂ ਉਹ ਇੱਦਾਂ ਹੁੰਦਾ। ਐਰੇ ਅੱਗੇ ਆਪਾਂ ਡਿਟੇਲ ਦੇ ਵਿੱਚ ਪੜ੍ਹਾਂਗੇ, ਠੀਕ ਹੈ ਜੀ। ਇਹ ਸਾਰੇ ਹੋ ਗਏ ਵੈਰੀਏਬਲ ਦਾ ਮਤਲਬ ਹੋ ਗਿਆ ਕਿ ਜਿਹੜੇ ਡੇਟਾ ਟਾਈਪ ਹੈ ਉਹਨਾਂ ਨੂੰ ਆਪਾਂ ਕੋਡਿੰਗ ਦੇ ਵਿੱਚ ਕਿੱਦਾਂ ਯੂਜ਼ ਕਰਦੇ ਹਾਂ, ਠੀਕ ਹੈ ਜੀ।
ਕੌਂਸਟੈਂਟ ਦਾ ਮਤਲਬ ਕੀ ਹੁੰਦਾ? ਕੌਂਸਟੈਂਟ ਦਾ ਮਤਲਬ ਹੁੰਦਾ ਹੈ ਕਿ ਕਈ ਵਾਰੀ ਕੀ ਹੁੰਦਾ ਹੈ ਕਿ ਜਿਵੇਂ ਅਗਰ ਆਪਾਂ ਕੋਈ ਵੈਲਿਊ ਹੈ ਨਾ ਜਿਹੜੀ, ਜਿਵੇਂ ਫੋਰ ਐਗਜ਼ਾਮਪਲ ਲੈ ਕੇ ਚੱਲੀਏ, ਫੋਰ ਐਗਜ਼ਾਮਪਲ ਆਪਾਂ ਇੱਕ ਵੈਲਿਊ ਰੱਖ ਲਈ 2, ਠੀਕ ਹੈ, ਵੈਲਿਊ ਰੱਖ ਲਈ 2। ਹੁਣ ਇਹ ਸਾਰੇ ਪ੍ਰੋਗਰਾਮ 'ਚ ਇਹਦੀ ਵੈਲਿਊ 2 ਹੀ ਰਹੇਗੀ, ਇਹ 2 ਤੋਂ 3 ਨਹੀਂ ਹੋਏਗੀ। ਉਹਨੂੰ ਕਹਿੰਦੇ ਆ ਕੌਂਸਟੈਂਟ, ਮਤਲਬ ਇਹ ਸਥਿਰ ਰਹੇਗੀ, ਇਹ ਕਦੀ ਵੀ ਚੇਂਜ ਨਹੀਂ ਹੋਏਗੀ। ਇੱਕ ਡਾਇਨਮਿਕ ਵੈਲਿਊ ਹੁੰਦੀ ਹੈ, ਡਾਇਨਮਿਕ ਦਾ ਮਤਲਬ ਹੁੰਦਾ ਕਿ ਉਹ ਚੇਂਜ ਹੁੰਦੀ ਰਹੇਗੀ। ਐਂਡ ਆਈ ਹੋ ਗਿਆ ਨਾ, ਆਈ ਦੀ ਵੈਲਿਊ ਰਹੀ ਪਹਿਲਾਂ ਆਪਾਂ 1, ਠੀਕ ਹੈ, ਬਟ ਇਹ ਪਹਿਲਾਂ 1 ਸੀਗੀ, ਬਟ ਫਿਰ ਹੁਣ ਆਪਾਂ ਆਈ ਨੂੰ ਵੈਲਿਊ ਦੇ ਦਿੱਤੀ 2, ਇਹ ਹੋ ਗਈ ਡਾਇਨਮਿਕ ਵੈਲਿਊ। ਮਤਲਬ ਇਹ ਚੇਂਜ ਹੁੰਦੀ ਰਹੇਗੀ, ਕਦੀ ਆਈ 'ਚ ਆਪਾਂ 1 ਪਾ ਦਾਂਗੇ, 2 ਪਾ ਦਾਂਗੇ, 3 ਪਾ ਦਾਂਗੇ, ਮਤਲਬ ਇਹ ਇਹਦੀ ਮੈਮਰੀ ਵੱਧਦੀ ਘੱਟਦੀ ਰਹੇਗੀ। ਬਟ ਅਗਰ ਫੋਰ ਐਗਜ਼ਾਮਪਲ ਆਪਾਂ ਕੌਂਸਟੈਂਟ ਵੈਲਿਊ ਲੈ ਲਈ, ਇੱਥੇ ਕੌਂਸਟ ਲਿਖਤਾ ਕਿ ਮਤਲਬ ਇਹ ਜਿਹੜੀ ਹੁਣ ਆਪਾਂ ਕੰਪਿਊਟਰ ਨੂੰ ਦੱਸਤਾ ਭਾਈ ਇਹਦੀ ਵੈਲਿਊ ਆਈ ਦੀ ਹਮੇਸ਼ਾ 1 ਹੀ ਰਹੇਗੀ, ਤੈਨੂੰ ਵਾਰ-ਵਾਰ ਮੈਮਰੀ ਨੂੰ ਬਦਲਣ ਦੀ ਲੋੜ ਨਹੀਂ ਹੈਗੀ, ਤੂੰ ਇੱਕ ਵਾਰੀ ਬਸ ਜਿਹੜੀ ਮੈਮਰੀ ਰੱਖਤੀ ਦੈਟਸ ਇਟ, ਠੀਕ ਹੈ ਜੀ।